ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਕਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 20 ਅਕਤੂਬਰ 2023, 4 ਕੱਤਕ ਨਾਨਕ ਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀ ਕਿਤਨੋਂ ਟਾਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਰੂਪੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਭਾਰਤ ਕੈਨੇਡਾ ਤਣਾਅ ਤੋਂ। ਕੈਨੇਡੀਅਨ ਵਿਦੇਸ਼ ਮੰਤਰੀ ਨੇ ਇੱਕ ਬਹੁਤ ਵੱਡਾ ਦਾਅਵਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੂੰ ਅਸੀਂ ਸਬੂਤ ਪੇਸ਼ ਕਰ ਦਿੱਤੇ ਆ। ਜੀ ਦੇਖੋ, ਇਹਨਾਂ ਨੇ ਜੋ ਬਿਆਨ ਦਿੱਤਾ ਹੈ, ਮੇਲਾਨੀ ਜੋਲੀ, ਇਹਨਾਂ ਨੇ ਕਿਹਾ ਕਿ ਇਸ ਕਤਲकांड ਦੇ ਵਿੱਚ ਨਵੀਂ ਦਿੱਲੀ ਦੀ ਸ਼ਮੂਲੀਅਤ ਸੰਬੰਧੀ ਇਹਨਾਂ ਵਾਰਤਾਲਾਪਾਂ ਵਿੱਚ ਭਾਰਤੀ ਅਧਿਕਾਰੀਆਂ ਨੂੰ ਭਰੋਸੇਯੋਗ ਦੋਸ਼ਾਂ ਤੋਂ ਜਾਣੂ ਕਰਵਾਇਆ ਗਿਆ। ਜੀ ਮਤਲਬ ਕਿ ਉਹਨਾਂ ਦੇ ਕਹਿਣ ਦਾ ਅਰਥ ਇਹੋ ਹੈ ਕਿ ਸ਼ਮੂਲੀਅਤ ਸੰਬੰਧੀ ਵਾਰਤਾਲਾਪ ਮਤਲਬ ਜੋ ਕੋਈ ਗੱਲਬਾਤ ਇਹਨਾਂ ਨੇ ਫੜੀ ਹੋਊਗੀ ਕਿ ਉਹਦੇ ਮੁਤਲਕ ਭਾਰਤੀ ਅਧਿਕਾਰੀਆਂ ਨੂੰ ਭਰੋਸੇਯੋਗ ਦੋਸ਼ਾਂ ਤੋਂ ਜਾਣੂ ਕਰਵਾ ਦਿੱਤਾ ਗਿਆ। ਹੁਣ ਇਹ ਇਹਨਾਂ ਦਾ ਦਾਅਵਾ ਹੈ। ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ ਵੀਰਵਾਰ ਨੂੰ, ਤੇ ਇਸ ਦਰਮਿਆਨ ਇਹਨਾਂ ਨੇ ਇਹ ਗੱਲ ਕਹੀ ਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕੈਨੇਡੀਅਨ ਡਿਪਲੋਮੈਟਸ ਜਿਹੜੇ ਸੀਗੇ 41, ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ, ਉਹ ਵਾਪਸੀ ਹੋ ਗਈ ਆ। ਤੇ ਇਸ ਤੋਂ ਬਾਅਦ ਇਹ ਬਿਆਨ ਜਿਹੜਾ ਅੱਜ ਇੰਡੀਅਨ ਮੀਡੀਆ ਦੇ ਵਿੱਚ ਆਇਆ ਤਾਂ ਕਿਤੇ ਨਾ ਕਿਤੇ ਬਹੁਤਾ ਤਾਂ ਹੁਣ ਕੀ ਪ੍ਰਤੀਕਰਮ ਹੋਣਾ, ਤੁਹਾਨੂੰ ਪਤਾ ਮਾਮਲਾ ਜਿਹੜਾ ਕਈ ਵਾਰ ਹੈ ਥੋੜਾ ਹੋਰ ਖਬਰਾਂ ਜਿਵੇਂ ਖਾਸ ਤੌਰ ਤੇ ਜੰਗ ਦੀ ਖਬਰ ਹੈ ਉਹਨਾਂ ਦੇ ਸਾਏ ਹੇਠ ਦਬ ਜਾਂਦਾ, ਪਰ ਇਹ ਖਬਰ ਅੱਜ ਇੰਡੀਅਨ ਮੀਡੀਆ ਦੇ ਵਿੱਚ ਆਈ ਜ਼ਰੂਰ ਹੈ ਪ੍ਰਵੀਨ ਜੀ। ਦੂਜੀ ਵੱਡੀ ਖਬਰ ਇਹੋ ਸੀਗੀ ਕਿ ਡਿਪਲੋਮੈਟਸ ਜਿਹੜੇ ਆ 41 ਉਹ ਬੁਲਾ ਲਏ ਗਏ ਨੇ। ਹਾਲਾਂਕਿ ਮੇਰੇ ਖਿਆਲ ਦੇ ਨਾਲ ਪੰਜਾਬ ਤੇ ਹੀ ਇੰਪੈਕਟ ਪੈਣ ਵਾਲੀ ਗੱਲ ਆ, ਕਿਉਂਕਿ ਬਹੁਤ ਸਾਰਾ ਕੰਮ ਜਿਹੜਾ ਪੰਜਾਬ ਚੋਂ ਨਿਕਲਦਾ ਕੈਨੇਡਾ ਦਾ, ਤੋਂ ਫਾਈਲਾਂ ਫੁੱਲਾਂ ਜਿਹੜੀਆਂ ਲੀਕ ਹੋਣਗੀਆਂ, ਆਪਦਾ ਹਿਸਾਬ ਕਿਤਾਬ ਆ। ਹੁਣ ਦੂਜੇ ਪਾਸੇ ਜਿਹੜਾ ਇਹ ਮਾਮਲਾ ਹੈ, ਇਹ ਕਹਿੰਦੇ ਆ ਕਿ ਅਸੀਂ ਜਾਣੂ ਕਰਵਾ ਦਿੱਤਾ, ਪਰ ਇੰਡੀਆ ਦਾ ਹੁਣ ਇਹਦੇ ਤੇ ਕੋਈ ਪ੍ਰਤੀਕਰਮ ਆਏਗਾ ਤੇ ਤਦ ਹੀ ਆਪਾਂ ਨੂੰ ਪਤਾ ਲੱਗੇਗਾ ਨਾ। ਇਹ ਤਾਂ ਮੰਨਦੇ ਹੀ ਨਹੀਂ ਹੈ, ਇਹ ਤਾਂ ਕਹਿੰਦੇ ਆ ਕਿ ਨਹੀਂ ਜੀ ਸਾਨੂੰ ਕੋਈ ਇਹਨਾਂ ਨੇ ਸਬੂਤ ਹਾਲੇ ਤੱਕ ਸੌਂਪਿਆ ਹੀ ਨਹੀਂ ਹੈ। ਹੁਣ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਕੋਈ ਚੀਨੀ ਬਲੌਗਰ ਹੈ ਬੀਬੀ, ਉਹ ਕਹਿੰਦੀ ਹੈ ਜੀ ਕਿ ਚੀਨੀ ਏਜੰਸੀਆਂ ਦਾ ਕੰਮ ਹੈ, ਉਹ ਇੰਡੀਅਨ ਮੀਡੀਆ ਨੇ ਵੀ ਮੁੱਦਾ ਚੁੱਕਿਆ ਹੈ। ਸੋ ਇਸ ਕਰਕੇ ਹੁਣ ਪੁਖਤਾ ਤੌਰ ਤੇ ਤਾਂ ਕੁਛ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਇਹ ਆਫੀਸ਼ੀਅਲੀ ਜਿਹੜੀ ਹੈ ਪੁਸ਼ਟੀ ਤਾਂ ਕੋਈ ਕਰਦਾ ਨਹੀਂਗਾ। ਇਹਨਾਂ ਨੇ ਜ਼ਰੂਰ ਕਹਿ ਦਿੱਤਾ ਆਫੀਸ਼ੀਅਲੀ ਕਿ ਹਾਂ ਅਸੀਂ ਸੌਂਪ ਦਿੱਤੇ ਆ। ਹੁਣ ਜੇ ਇੰਡੀਆ ਉਸ ਚੀਜ਼ ਨੂੰ ਸਵੀਕਾਰ ਕਰੇ ਕਿ ਹਾਂ ਸਾਡੇ ਕੋਲ ਕੋਈ ਡੋਜ਼ੀਅਰ ਜਾਂ ਸਾਡੇ ਕੋਲ ਕੋਈ ਇਹਨਾਂ ਵੱਲੋਂ ਦਿੱਤਾ ਕੋਈ ਫਾਈਲਾਂ ਦਾ ਕੋਈ ਸਬੂਤ ਹੈ ਜਾਂ ਕੋਈ ਹੋਰ ਚੀਜ਼ਾਂ ਦਾ ਸਬੂਤ ਹੈ, ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਹਾਂ ਆ ਗਏ। ਹੁਣ ਅੱਗੇ ਦੇਖਦੇ ਹਾਂ ਕੀ ਬਣਦਾ ਹੈ। ਤਾਂ ਫਿਲਹਾਲ ਤਾਂ ਉੱਥੇ ਦੀ ਉੱਥੇ ਹੀ ਗੱਲ ਅਟਕੀ ਪਈ ਆ। ਪਰ ਇਸ ਦਰਮਿਆਨ ਤੁਸੀਂ ਦੇਖਿਆ ਹੋਣਾ ਪਾਕਿਸਤਾਨ ਦੇ ਵਿੱਚ 2 ਕਿਲਿੰਗਸ ਹੋਈਆਂ ਨੇ ਜਿਹੜੀਆਂ ਕਿ ਫਿਰ ਇੰਡੀਆ ਦੇ ਵਾਂਟਡ ਜਿਹੜੇ ਹੈਗੇ ਸੀ ਉਹਨਾਂ ਦੀਆਂ ਹੋਈਆਂ ਨੇ ਜੀ। ਤੇ ਇਹ ਆਪਣੇ ਆਪ ਦੇ ਵਿੱਚ ਕਾਫੀ ਕਹਿ ਲਓ ਕਿ ਮਾਮਲਾ ਜਿਹੜਾ ਨਾ ਗੁੰਝਲਦਾਰ ਬਣਦਾ ਪਿਆ ਕਿ ਇੱਕ ਪਾਸੇ ਡਿਨਾਇਲ ਹੈ ਕਿ ਅਸੀਂ ਨਹੀਂ ਕਰਵਾ ਰਹੇ, ਪਰ ਦੂਸਰੇ ਪਾਸੇ ਲਗਾਤਾਰ ਜੇ ਆਪਾਂ ਦੇਖੀਏ ਸਾਲ 1.5 ਸਾਲ ਦੇ ਦਰਮਿਆਨ ਕਿ ਇਹ ਜੋ ਕਿਲਿੰਗਸ ਹੁੰਦੀਆਂ ਨੇ ਜਿਨ੍ਹਾਂ ਦੀ ਮੋਡਸ ਆਪਰੈਂਡੀ ਇੱਕੋ ਜਿਹੀ ਆ, ਉਹ ਲਗਾਤਾਰ ਚੱਲ ਰਹੀਆਂ ਨੇ। ਖੈਰ ਇਹਨਾਂ ਨੇ ਦਾਅਵਾ ਤੇ ਖਾਸਾ ਵੱਡਾ ਕੀਤਾ। ਹੁਣ ਦੂਜੇ ਪਾਸੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹਾਂਗਾ, ਜਿਹੜੀ ਕੱਲ ਇੱਕ ਇੰਡੀਅਨ ਅਖਬਾਰ ਦੇ ਵਿੱਚ ਛਪੀ ਸੀ ਓਟਾਵਾ ਤੋਂ,
ਕੈਨੇਡਾ ਦੀ ਰਾਜਧਾਨੀ ਜਿਹੜੀ। ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਉਹਨਾਂ ਨੇ ਕੁਝ ਪੁਲਿਸ ਆਫੀਸ਼ੀਅਲਸ ਦੇ ਨਾਲ ਗੱਲਬਾਤ ਕੀਤੀ ਕੈਨੇਡਾ ਦੇ ਵਿੱਚ, ਇਹ ਇਸੇ ਮਾਮਲੇ ਦੇ ਵਿੱਚ। ਉਹ ਜੋ ਦਾਅਵਾ ਕਰ ਰਹੇ ਸੀਗੇ, ਉਹਨਾਂ ਨੇ ਕਾਫੀ ਵੱਡੀ ਸਟੋਰੀ ਹੈ ਜਿਹੜੀ ਉਹ ਆਪਣੇ ਫਰੰਟ ਪੇਜ ਤੇ ਲਾ ਰੱਖੀ ਆ। ਉਹ ਆਂਦੇ ਆ ਕਿ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਪੁਲਿਸ ਜਿਹੜੀ ਕੈਨੇਡਾ ਦੀ, ਉਹਦੇ ਇੱਕ ਆਫੀਸ਼ੀਅਲ ਨੇ ਇਹ ਗੱਲ ਆਖੀ ਆ, ਮਤਲਬ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਜਾਂਚ ਪੜਤਾਲ ਜਾਰੀ ਆ। ਹੁਣ ਮੈਂ ਉਸ ਅਫਸਰ ਦਾ ਨਾਮ ਵੀ ਕੋਟ ਕਰ ਦਿੰਦਾ ਜੋ ਇਹਨਾਂ ਨੇ ਦਿੱਤਾ ਹੈ। ਇਹ ਹੈਗਾ ਜਿਵੇਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਜਿਸ ਨੂੰ RCMP ਕਹਿੰਦੇ ਆ। ਉਹਦੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦਾ ਬੁਲਾਰਾ ਟਿਮੋਥੀ ਪੈਰੋਟੀ, ਉਹਦੇ ਹਵਾਲੇ ਨਾਲ ਰਿਹਾ ਕਿ ਉਹ ਕਹਿੰਦੇ ਕਿ ਅਸੀਂ ਸਾਰੇ ਸੰਭਾਵੀ ਪਹਿਲੂਆਂ ਤੋਂ ਜਾਂਚ ਪੜਤਾਲ ਕਰ ਰਹੇ ਹਾਂ ਤੇ ਇਹਦੇ ਵਿੱਚ ਗੈਂਗਵਾਰ ਦਾ ਵੀ ਐਂਗਲ ਸ਼ਾਮਲ ਹੈ। ਮਤਲਬ ਹੁਣ ਦੇਖੋ ਕੰਟਰਾਡਿਕਸ਼ਨ ਹੈ ਨਾ, ਇਹਦੇ ਵਿੱਚ ਇੰਡੀਅਨ ਮੀਡੀਆ ਨੇ ਫਿਰ ਉਹੀ ਐਂਗਲ ਚੱਕ ਲਿਆ ਜੀ ਕਿ ਗੈਂਗਵਾਰ ਵਗੈਰਾ, ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਉਹ ਦੂਜੇ ਪਾਸੇ ਨੂੰ ਕਹਾਣੀ ਚਲੇ ਜਾਂਦੀ ਹੈ। ਪਰ ਜੇ ਹੁਣ ਇਸ ਬਿਆਨ ਨੂੰ ਆਪਾਂ ਦੇਖੀਏ, ਜਿਸ ਅਫਸਰ ਦਾ ਬਿਆਨ ਮੈਂ ਕੋਟ ਕੀਤਾ ਹੈ, ਤੇ ਦੂਸਰੇ ਪਾਸੇ ਕੈਨੇਡੀਅਨ ਵਿਦੇਸ਼ ਮੰਤਰੀ ਬੀਬੀ ਜੌਲੀ ਦਾ ਜਿਹੜਾ ਬਿਆਨ ਆ, ਤੇ ਆਪਸ ਦੇ ਵਿੱਚ ਵਿਰੋਧਾਭਾਸ ਪੈਦਾ ਕਰਨ ਵਾਲੇ। ਉਹ ਕਹਿੰਦੇ ਕਿ ਅਸੀਂ ਕਿਸੇ ਠੋਸ ਨਤੀਜੇ ਤੇ ਪਹੁੰਚੇ ਨਹੀਂ, ਤੇ ਉਹ ਕਹਿੰਦੇ ਕਿ ਅਸੀਂ ਭਰੋਸੇਯੋਗ ਕੁਝ ਸਬੂਤ ਜਿਹੜੇ ਉਹ ਦੇ ਚੁੱਕੇ ਹਾਂ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਵਿਰੋਧਾਭਾਸ ਆ। ਹੁਣ ਪਤਾ ਨਹੀਂ ਕੌਣ ਕਿੰਨਾ ਕੁ ਸਹੀ ਆ। ਜੀ ਜੀ। ਤੇ ਮੈਨੂੰ ਜੀ ਮੇਣੋ ਮੇਣੀ ਹੋਣ ਤੋਂ ਬਾਅਦ ਸੈਸ਼ਨ ਜਿਹੜਾ ਉਹ ਮੁਲਤਵੀ ਕਰ ਦਿੱਤਾ ਗਿਆ ਜੀ। ਹਾਂਜੀ, ਮੇਣੋ ਮੇਣੀ ਤਾਂ ਉਹ ਤਾਂ ਚਲੋ ਹੋ ਹੀ ਜਾਣਾ ਆ, ਪਰ ਜਿਸ ਤਰੀਕੇ ਨਾਲ ਤੁਸੀਂ ਅੱਜ ਦਾ ਸੈਸ਼ਨ ਦੇਖੋਗੇ ਖਤਮ ਹੋਇਆ, ਇਹ ਤੇ ਵੈਸੇ ਤੁਹਾਨੂੰ ਯਾਦ ਹੋਣਾ ਆਪਾਂ 5-7 ਦਿਨ ਪਹਿਲਾਂ ਵੀ ਗੱਲਾਂ ਕੀਤੀਆਂ ਨੇ ਕਿ ਜਿਹੜਾ ਇਹ ਸੈਸ਼ਨ ਆ, ਇਹਦੇ ਤੇ ਕਿਤੇ ਨਾ ਕਿਤੇ ਇੱਕ ਸ਼ੱਕ ਸੀ, ਕਿਤੇ ਨਾ ਕਿਤੇ ਇੱਕ ਦੁਬਿਧਾ ਸੀਗੀ, ਤੇ ਅੱਜ ਸਵੇਰੇ ਸੇ ਦੁਬਿਧਾ ਦੇ ਵਿੱਚ ਹੀ ਇਹ ਸ਼ੁਰੂ ਹੋਇਆ। ਕਿਉਂਕਿ ਵੇਖੋ ਨਾ ਪ੍ਰਵੀਨ ਜੀ, ਰਾਜਪਾਲ ਇਸ ਨੂੰ ਇਲੀਗਲ ਕਹਿ ਲੋ, ਗੈਰ ਸੰਵਿਧਾਨਕ ਕਹਿ ਲੋ, ਕਿ ਪਹਿਲਾਂ ਹੀ ਕਰਾਰ ਦੇ ਚੁੱਕੇ ਨੇ। ਹੁਣ ਜਦੋਂ ਪਹਿਲਾਂ ਹੀ ਹੈਡ ਆਫ ਦਾ ਸਟੇਟ ਹੈ ਜਿਹੜਾ, ਉਹ ਕਿਸੇ ਚੀਜ਼ ਨੂੰ ਇਲੀਗਲ ਕਰਾਰ ਦੇ ਦੇਵੇ, ਤੇ ਫਿਰ ਉਸ ਤੋਂ ਬਾਅਦ ਭਰੋਸੇਯੋਗਤਾ ਤੇ ਦਾਅ ਤੇ ਲੱਗੇਗੀ। ਚਲੋ ਹੰਗਾਮਾ ਹੋਇਆ ਸ਼ੁਰੂ ਦੇ ਵਿੱਚ, ਇਹ ਅੱਜ ਫੇਰ ਗਾਲ ਦੁੱਪੜ ਤੱਕ ਵੀ ਗਏ ਆ, ਧੱਕੇ ਵੀ ਮਾਰੇ ਇੱਕ ਦੂਜੇ ਨੂੰ ਮਾੜੇ ਮੋਟੇ। ਕਿਉਂਕਿ ਜਦੋਂ ਮੁੱਖ ਮੰਤਰੀ ਬੋਲਣ ਲੱਗੇ, ਹਾਲਾਂਕਿ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਾਫੀ ਰੌਲਾ ਰੱਪਾ ਪਾਇਆ ਕਿ ਇਹ ਦੱਸੋ ਕਿ ਲੀਗਲ ਆ ਇਲੀਗਲ ਆ, ਦੋਵਾਂ ਚ ਇੱਕ ਦੱਸੋ। ਤਾਂ ਹਾਊਸ ਦੇ ਵਿੱਚ ਜੋ ਹਾਊਸ ਕਸਟੋਡੀਅਨ ਹੁੰਦੇ ਆ, ਸਪੀਕਰ ਸਾਹਿਬ ਜਿਹੜੇ ਕਿ ਸੰਧਵਾ ਸਾਹਿਬ ਨੇ ਤੁਹਾਡੇ ਗੁਆਂਢੀ ਜੀ, ਤਾਂ ਉਹਨਾਂ ਨੇ ਪੁਸ਼ਟੀ ਕੀਤੀ ਕਿ ਹਾਂ ਜੀ ਇਹ ਤਾਂ ਲੀਗਲ ਹੈ। ਉਹਦੇ ਬਾਅਦ ਕੰਮਕਾਰ ਮਾੜਾ ਮੋਟਾ ਸ਼ੁਰੂ ਹੈ। ਤੇ ਜਦੋਂ ਮਾਨ ਸਾਹਿਬ ਬੋਲਣ ਲੱਗੇ, ਕਿਉਂਕਿ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਕਸੂਤਾ ਫਸਾ ਦਿੱਤਾ ਸਰਕਾਰ ਨੂੰ। ਉਹਨਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਸਟੇਟਮੈਂਟ ਆ, ਉਹਦੇ ਤੇ ਆ ਕੇ ਜਵਾਬ ਦਿਓ ਪਹਿਲਾਂ। ਇਹ ਉਹਦੇ ਬਾਅਦ ਦੂਸਰਾ ਉਹਨਾਂ ਨੇ ਇਹਨਾਂ ਦੇ ਸ਼ੀਤਲ ਅੰਗੁਰਾਲ ਦਾ ਮੁੱਦਾ ਚੱਕ ਲਿਆ ਕਿ ਤੁਹਾਡਾ ਵਿਧਾਇਕ ਹੀ ਖੁਦ ਡਰੱਗ ਦੇ ਦੋਸ਼ ਲਾ ਰਿਹਾ, MP ਦੇ ਵਿਰੁੱਧ ਗੈਂਗਸਟਰ ਦੇ ਦੋਸ਼ ਲਾ ਰਿਹਾ ਜੀ। ਇਹ 2-3 ਗੱਲਾਂ ਜਿਹੜੀਆਂ ਸੀਗੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਸਮਝ ਲਓ ਕਿ ਸਰਕਾਰ ਜਵਾਬ ਦੇਣ ਤੋਂ ਥੋੜਾ ਕਤਰਾਉਣ ਦੀ ਨਜ਼ਰ ਆ ਰਹੀ ਸੀਗੀ। ਪਰ ਜਦੋਂ ਮੁੱਖ ਮੰਤਰੀ ਬੋਲਣ ਲੱਗੇ ਤਾਂ ਪ੍ਰਤਾਪ ਸਿੰਘ ਬਾਜਵਾ ਕਿਤੇ ਟੈਲੀਫੋਨ ਤੇ ਸਨ, ਤੇ ਉਹਨਾਂ ਨੇ ਕਿਹਾ ਕਿ ਟੈਲੀਫੋਨ ਬੰਦ ਕਰੋ, ਮੇਰੀ ਗੱਲ ਸੁਣੋ। ਇੱਥੋਂ ਮਤਲਬ ਬਾਜਵਾ ਨੇ ਕਹਿ ਦਿੱਤਾ ਕਿ ਇਹ ਉਹੀ ਟੈਲੀਫੋਨ ਹੈ ਜਿਹਦੇ ਨਾਲ ਵੀਡੀਓ ਤੁਹਾਂ ਜਾ ਕੇ ਬਣਾਈ ਸੀ ਜੀ ਉੱਥੇ। ਆ ਜਿਹੜੀ ਇੱਕ ਬਣਾਈ ਸੀ ਨਾ ਵੀਡੀਓ ਇਹਨਾਂ ਨੇ ਸੰਸਦ ਭਵਨ ਦੇ ਵਿੱਚ, ਇਹ ਕਹਿੰਦੇ ਜੀ ਮੈਂ ਅੰਦਰ ਨਹੀਂ ਸੀ ਲੈ ਕੇ ਗਿਆ। ਤਾਂ ਇੱਥੋਂ ਖੈਬਰ ਤੇ ਗੱਲ ਤੂੰ ਤੜਾਕ ਤੱਕ ਚਲੇ ਗਈ। ਤੇ ਇਸ ਤੋਂ ਬਾਅਦ ਤਾਂ ਫਿਰ ਕੈਮਰੇ ਬੰਦ ਹੋ ਗਏ, ਆਵਾਜ਼ ਬੰਦ ਹੋ ਗਈ। ਪਰ ਉੱਥੇ ਕਿਉਂਕਿ ਤੁਹਾਨੂੰ ਪਤਾ ਪ੍ਰੈਸ ਗੈਲਰੀ ਦੇ ਵਿੱਚ ਪੱਤਰਕਾਰ ਮੌਜੂਦ ਹੁੰਦੇ ਆ, ਗੱਲ ਬਾਹਰ ਆ ਗਈ ਵੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਉੱਥੇ, ਬਸ ਸਿਰਫ ਇੱਕ ਜੁੰਡੀ ਦੀ ਹੋਏ। ਉਸ ਤੋਂ ਬਾਅਦ ਹਾਊਸ ਦੀ ਕਾਰਵਾਈ 15 ਕੁ ਮਿੰਟਾਂ ਬਾਅਦ ਚੱਲੀ ਆ, ਤੇ ਮਾਨ ਸਾਹਿਬ ਕਹਿੰਦੇ ਕਿ ਬਈ ਅੱਗੇ ਅਸੀਂ ਸੁਪਰੀਮ ਕੋਰਟ ਚੋਂ ਕੁਝ ਮਿੰਟਾਂ ਦੇ ਅੰਦਰ ਕਰਾ ਲਏ ਸਾਂ, ਹੁਣ ਇਹਨੂੰ ਵੀ ਲੀਗਲਾਈਜ਼ ਕਰਾ ਕੇ ਲਿਆਵਾਂਗੇ, ਫੇਰ ਹੀ ਬਿੱਲ ਪਾਸ ਕਰਾਂਗੇ। ਤੇ ਮੈਂ ਇਹ ਮਤਲਬ ਕਿ ਸਪੀਕਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ
ਇਹ ਫੈਸਲਾ ਲੈਣ ਕਿ ਇਸ ਜੋ ਚੱਲਦਾ ਹੈ ਸੈਸ਼ਨ ਇਹਦੇ ਵਿੱਚ ਕੋਈ ਬਿੱਲ ਨਾ ਆਵੇ। ਜੀ ਹੁਣ ਸਪੀਕਰ ਸਾਹਿਬ ਨੇ ਨਾਲ ਦੇ ਨਾਲ ਪ੍ਰਸਤਾਵ ਲਿਆਂਦਾ, ਪਤਾ ਲਿਆਂਦਾ, ਤੇ ਲਓ ਜੀ ਉਹਨਾਂ ਨੇ ਮੂੰਹ ਜ਼ਬਾਨੀ ਗਿਣਤੀ ਕਰਕੇ ਵੋਟਾਂ ਦੇ ਨਾਲ ਕਿਹਾ ਕਿ ਠੀਕ ਹੈ ਇਹ ਸੈਸ਼ਨ ਹੀ ਮੁਲਤਵੀ ਹੈ। ਉਹ ਕਹਿੰਦੇ ਜੀ ਮਾਨ ਸਾਹਿਬ ਅਸੀਂ ਜਾਵਾਂਗੇ ਕੋਰਟ ਤੇ ਨਵੰਬਰ ਦੇ ਵਿੱਚ ਆਪਾਂ ਇੱਕ ਫੁੱਲ ਫਲੈਜਡ ਫੇਰ ਸੈਸ਼ਨ ਆਯੋਜਿਤ ਕਰਾਂਗੇ। ਹੁਣ ਤੁਸੀਂ ਮੈਨੂੰ ਦੱਸੋ ਵੀ ਰਾਜਪਾਲ ਤੇ 9-10 ਤਰੀਕ ਦੇ ਕਹਿ ਚੁੱਕਾ ਹੈ ਕਿ ਸੈਸ਼ਨ ਇਲੀਗਲ ਹੈ। 13 ਨੂੰ ਇੱਕ ਚਿੱਠੀ ਜਿਹੜੀ ਹੈ ਉਹ ਲਿਖੀ ਜਾਂਦੀ 12 ਅਕਤੂਬਰ ਨੂੰ, ਜਿਹੜੇ ਵਧੀਕ ਸਕੱਤਰ ਹੈ ਰਾਜ ਭਵਨ ਦੇ ਉਹ ਜਿਹੜਾ ਸੈਕਟਰੀ ਹੈ ਵਿਧਾਨ ਸਭਾ ਦਾ ਉਹਨੂੰ ਚਿੱਠੀ ਲਿਖਦੇ ਆ ਕਿ ਤੁਹਾਡਾ ਸੈਸ਼ਨ ਇਲੀਗਲ ਹੈ, ਇਹਨੂੰ ਨਾ ਬੁਲਾਇਓ। ਤੁਸੀਂ ਉਦੋਂ ਵੀ ਸੁੱਤੇ ਰਹੇ। ਤੁਹਾਨੂੰ ਮਤਲਬ ਕਿ ਸੈਸ਼ਨ ਬੁਲਾ ਕੇ ਇਹਨਾਂ ਲੋਕਾਂ ਦਾ ਪੈਸਾ ਵੇਸਟ ਕਰਕੇ ਉਸ ਤੋਂ ਬਾਅਦ ਪਤਾ ਲੱਗਾ ਕਿ ਨਹੀਂ ਇੱਥੇ ਕੰਮ ਹੋਣ ਕਸੂਤਾ ਹੋ ਗਿਆ, ਕਿਉਂਕਿ ਤੁਹਾਡੇ ਬਿੱਲ ਰਾਤ ਹੀ ਕੱਲ ਇਹ ਖਬਰ ਆ ਗਈ ਸੀ ਕਿ ਇਹਨਾਂ ਦੇ ਜਿਹੜੇ 3 ਬਿੱਲ ਆ, ਤਿੰਨੇ ਬਿੱਲ ਜਿਵੇਂ ਮੈਂ ਪਹਿਲੇ ਤੁਹਾਨੂੰ ਕਿਹਾ ਸੀਗਾ ਕਿ ਇੱਕ ਐਸਾ ਬਿੱਲ ਵੀ ਲਿਆਉਣਗੇ ਜਿਹੜਾ ਕੇਂਦਰ ਨਾਲ ਜੁੜਿਆ ਹੋਏਗਾ, ਤੇ ਕੁਝ ਮਨੀ ਬਿੱਲ ਲਿਆ ਕੇ ਕੋਸ਼ਿਸ਼ ਕਰਨਗੇ ਕਿ ਇਹਨੂੰ ਬਜਟ ਦਾ ਹੀ ਹਿੱਸਾ ਦਿਖਾਇਆ ਜਾਵੇ ਇਸ ਸੈਸ਼ਨ। ਪਰ ਇੱਥੇ ਕੁੰਡੀ ਫਸਦੀ ਸੀਗੀ ਨਾ ਕਿ ਜਿਹੜਾ ਜੂਨ ਵਾਲਾ ਸੈਸ਼ਨ ਇਹਨਾਂ ਨੇ ਬੁਲਾ ਲਿਆ ਵਿੱਚ, ਉਹ ਬਜਟ ਤੋਂ ਬਗੈਰ ਸੀਗਾ, ਉਹਦੇ ਵਿੱਚ ਬਜਟ ਦਾ ਕੋਈ ਕੰਮਕਾਰ ਨਹੀਂ ਹੋਇਆ। ਜਦੋਂ ਪਹਿਲਾਂ ਤੁਸੀਂ ਸੈਸ਼ਨ ਬੁਲਾਇਆ ਵਿਸ਼ੇਸ਼ ਇਜਲਾਸ, ਉਹਦੇ ਵਿੱਚ ਕੋਈ ਬਜਟ ਦੀ ਗੱਲ ਨਹੀਂ ਹੋਈ, ਤੇ ਹੁਣ ਬਜਟ ਵਾਲੀ ਗੱਲ ਕਿੱਦਾਂ ਹੋ ਸਕਦੀ ਹੈ? ਕਿਉਂਕਿ ਇੱਥੇ ਕੁੰਡੀ ਆ ਨਾ। ਅਮਨ ਅਰੋੜਾ ਨੇ ਵੀ ਉੱਠ ਕੇ ਰੂਲ ਨੰਬਰ 16 ਦਾ ਹਵਾਲਾ ਦਿੱਤਾ ਜਿਹਦਾ ਆਪਾਂ ਇੱਕ ਦਿਨ ਜ਼ਿਕਰ ਤਾਂ ਕਰਦੇ ਸਾਂ। ਪਰ ਮਸਲਾ ਤੇ ਇਹ ਹੈ ਨਾ ਕਿ ਜਿਹੜੀ ਕੁੰਡੀ ਸ਼ਾਇਦ ਰਾਜਪਾਲ ਨੇ ਫੜੀ ਹੈ ਉਹ ਇਹੋ ਕਿ ਬਜਟ ਸੈਸ਼ਨ ਇੱਥੋਂ ਤੱਕ ਨਹੀਂ ਆ ਸਕਦਾ, ਤੇ ਵਿਚਾਲੇ ਤੁਸੀਂ ਇੱਕ ਵਿਸ਼ੇਸ਼ ਇਜਲਾਸ ਸੱਦ ਕੇ ਉਹਦੇ ਵਿੱਚ ਕੋਈ ਵੀ ਬਜਟ ਦਾ ਏਜੰਡਾ ਨਹੀਂ ਲੈ ਕੇ ਆਉਂਦੇ। तो इस करके 16 ਜਿਹੜਾ रूल है वो कहता है कि जे मतलब कि प्रोरोगेशन नहीं हुई, मैं तो अगे उस दिन ਇਹਦੀ परिभाषा भी समझाई सी। प्रोरोगेशन के मतलब ਜਦੋਂ एक फाइल भेजी जाती है खुद कैबिनेट बनियो कि भाई प्रोरोगेशन कर दो, पक्के तौर पर ਇਹਨੂੰ मुलतवी कर दो, एक बार सदन ठा दो, तो उस तो बाद फिर जो दोबारा बुलाना तो फिर राजपाल की मंजूरी जी जरूरी हो जाती है। पर जे मान लो ये पक्के तौर पर नहीं चुकिया जाता तो फिर प्रोरोगेशन नहीं होती, तो राजपाल की मंजूरी लैन की लोड़ नहीं। सरकार हुण इस गल ते अड़ी हुई आ कि सानू जरूरत नहीं, पर राजपाल ने यही कुंडी चुकी हुई आ कि देखो बजट इजलास इन्ना लंबा नहीं आ सकता, तुसी उन्होंने प्रोरोगेशन दोगे देओगे। सो इत्थे कुंडी फसदी। हुण मान लो ये जाके कोर्ट दे विच खड़दे ते जे कोर्ट ने भी नकार दिता तो फिर जिहड़ा अज दा इह करोड़ 1.5 करोड़ रुपया वेस्ट होया पब्लिक मनी, कि ये जिहड़े 92 के 92 MLA अपने खाते चो देणगे? क्योंकि अज हाउस च खलो के इन्होंने कहा कि बजट इजलास कॉल करने वास्ते सानू सुप्रीम कोर्ट च जाना पिया तो 25 लाख रुपया लगा। जे वो 25 लाख रुपया इन्हां नूं दुखदा है तो हुण भी वकील नूं पैसे देने ने, ते जे मान लो पैसे दे के इस सैशन नूं लीगलाइज ना करा सके, इस सैशन नूं यह कानूनी जामा ना पहना सके, ते की मान साहब इस सारे पैसे की भरपाई करनगे? एक वड्डा सवाल है। जी 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 मिंटू जी, पहले ही ਜਦੋਂ ਇਹ ਬਜਟ ਨੂੰ ਕੰਟੀਨਿਊ ਕਰ ਰਹੇ ਸੀ ਉਦੋਂ ਹੀ ਲੋਕਾਂ ਨੇ ਸਵਾਲ ਚੁੱਕੇ ਸੀਗੇ ਕਿ ਇਹ ਅੱਗੇ ਜਾ ਕੇ ਇਹਨਾਂ ਨੂੰ ਤੰਗ ਹੀ ਕਰੂਗਾ ਜਿਹੜਾ ਬਜਟ ਸੈਸ਼ਨ ਕੰਟੀਨਿਊ ਕਰ ਰਹੇ ਆ। ਰਾਜਪਾਲ ਨੇ ਉਹੀ ਕੁੰਡੀ ਫੜ ਲਈ ਤੇ ਉਹਦਾ ਵੈਸੇ ਹੀ ਤੁਹਾਨੂੰ ਪਤਾ ਅੱਜ ਕੱਲ 36 ਦਾ ਅੰਕੜਾ ਲੈ ਕੇ ਚੱਲਦੇ ਆ ਸਰਕਾਰ ਨਾਲ। ਨਹੀਂ ਪ੍ਰੋਰੋਗੇਸ਼ਨ ਤੁਸੀਂ ਉਹਨੂੰ ਦੱਸੋ ਨਾ, ਬਜਟ ਫਿਰ ਜੂਨ ਦੇ ਵਿੱਚ ਤੁਸੀਂ ਜਾਂ ਤਾਂ ਉਹਦੇ ਵਿੱਚ ਕੁਝ ਮਨੀ ਬਿੱਲ ਲੈ ਆਉਂਦੇ। ਬਿਲਕੁਲ ਜੀ ਜੀ। ਜੇ ਤੂੰ ਪਹਿਲੀ ਗੱਲ ਹੈ ਬਜਟ ਦਾ, ਹੁਣ ਇਹ ਵੀ ਇੱਕ ਕਾਨੂੰਨੀ ਨੁਕਤਾ ਹੈ ਕਿ ਕੀ ਤੁਸੀਂ ਬਜਟ ਵਾਲੇ ਨੂੰ ਤੁਸੀਂ ਚਾਲੂ ਰੱਖ ਸਕਦੇ ਹੋ? ਬਿਲਕੁਲ ਬਿਲਕੁਲ। ਬਜਟ ਇੱਕ ਸਪੈਸ਼ਲ ਇਜਲਾਸ ਹੁੰਦਾ, ਆਪਣੇ ਆਪ ਚ ਸਪੈਸ਼ਲ ਇਜਲਾਸ ਹੁੰਦਾ, ਸਿਰਫ ਬਜਟ ਦੇ ਕੰਮ ਕਰ ਲਈ ਹੁੰਦਾ ਜੀ ਜੀ। ਤੇ ਮਿੰਟੂ ਜੀ ਜੇ ਮੰਨ ਲਓ ਕੰਮ ਕਰ ਰਹਿ ਜਾਵੇ, ਫਰਜ਼ ਕਰੋ ਜੇ ਮੰਨ ਲਓ ਕੰਮ ਕਰ ਰਹਿ ਜਾਵੇ ਤੇ ਫਿਰ ਬਜਟ ਦੇ ਨਾਲ ਜੁੜਿਆ ਹੀ ਬਿਜ਼ਨਸ ਹੋਏਗਾ ਨਾ ਉਹਦੇ ਚ। ਤੇ ਇਹਨਾਂ ਨੇ ਤੇ ਜਿਹੜਾ 19-20 ਜੂਨ ਵਾਲਾ ਸੀ ਉਹਦੇ ਚ ਤਾਂ ਹੋਰ ਹੀ ਬਿੱਲ ਲੈ ਆਂਦੇ ਸੀ, ਗੁਰਦੁਆਰਾ ਐਕਟ 1925 ਚ ਅਮੈਂਡਮੈਂਟ ਲੈ ਆਂਦੀ ਸੀ। ਉਹ ਦੱਸੋ ਕਿਹੜਾ ਬਜਟ ਨਾਲ ਜੁੜਿਆ ਮਸਲਾ ਸੀ? ਤੇ ਮਿੰਟੂ ਜੀ ਜੇ ਕੈਲੰਡਰ ਸਾਲ ਦੇ ਵਿੱਚ ਦੁਬਾਰਾ ਮੰਨ ਲਓ
ਸੱਦਦੇ ਨੇ ਸੈਸ਼ਨ ਤੇ ਫਿਰ ਉਹਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਤੇ ਹੋਊਗੀ ਜੀ? ਜੀ ਜੀ ਬਿਲਕੁਲ, ਦੁਬਾਰਾ ਨਹੀਂ, ਭਾਸ਼ਣ ਤੋਂ ਜਿਹੜੀ ਸ਼ੁਰੂਆਤ ਹੁੰਦੀ ਉਹ ਸਾਲ ਦਾ ਪਹਿਲਾ ਹੁੰਦਾ ਜਿਹੜਾ, ਠੀਕ ਹੈ, ਠੀਕ ਹੈ। ਉਹਦੇ ਤੋਂ ਜਿਹੜਾ ਸਾਲ ਦਾ ਪਹਿਲਾ ਤਾਂ ਮੋਸਟਲੀ ਦੇਖੀਏ ਤਾਂ ਉਹੀ ਹੋ ਗਿਆ ਨਾ ਬਜਟ। ਹਾਂਜੀ, ਬਜਟ ਵਾਲਾ ਹੀ ਹੁੰਦਾ, ਮਾਰਚ ਅਪ੍ਰੈਲ ਚ ਫਰਵਰੀ ਚ ਆਉਂਦਾ। ਹਾਂਜੀ ਨਹੀਂ ਨਹੀਂ, ਫਰਵਰੀ ਚ ਆ ਫਰਵਰੀ ਚ, ਜਾਂਦਾ। ਸੌਰੀ, ਹਾਂਜੀ। ਸੋ ਗੱਲ ਇਹ ਆ ਕਿ ਉਹ ਜ਼ਰੂਰੀ ਹੁੰਦਾ ਸਾਲ ਦਾ ਪਹਿਲਾ, ਉਹਦੇ ਉਹ ਜਿਹੜਾ ਰਾਜਪਾਲ ਹੈ ਉਹਦੇ ਭਾਸ਼ਣ ਦੇ ਨਾਲ ਹੀ ਸ਼ੁਰੂਆਤ ਹੋਣੀ ਹੈ। ਤੇ ਜਿਹੜਾ ਮਤਲਬ ਕਿ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਪ੍ਰੋਰੋਗੇਸ਼ਨ ਜਿਹਦੀ ਨਹੀਂ ਹੁੰਦੀ ਉਹਨੂੰ ਕਾਲ ਕੀਤਾ ਜਾ ਸਕਦਾ, ਖਾਸ ਤੌਰ ਤੇ ਜਿਵੇਂ ਸਰਦੀ ਦਾ ਸੈਸ਼ਨ ਹੈ, ਗਰਮੀ ਦਾ ਸੈਸ਼ਨ ਆ, ਜਾਂ ਮਾਨਸੂਨ ਰੁੱਤ ਦਾ ਸੈਸ਼ਨ ਆ, ਉਹਨੂੰ ਚਲੰਤ ਰੱਖਿਆ ਜਾ ਸਕਦਾ। ਪਰ ਬਜਟ ਵਾਲੇ ਸੈਸ਼ਨ ਨੂੰ ਤੁਸੀਂ ਏਡਾ ਲੰਮਾ ਖਿੱਚੋਗੇ ਤਾਂ ਔਖਾ ਹੋ ਜਾਂਦਾ ਕੰਮ। ਜੀ ਜੀ। ਤੇ ਮੁੱਖ ਮੰਤਰੀ ਸਾਹਿਬ ਨੇ ਟਾਟਾ ਪਲਾਂਟ ਦਾ ਨੀਂਹ ਪੱਥਰ ਰੱਖਿਆ ਜੀ, ਮਿੰਟੂ ਜੀ? ਹਾਂਜੀ, ਇਹ ਜਦੋਂ ਆਏ ਸਨ ਸੈਸ਼ਨ ਦੇ ਵਿੱਚ, ਇਹ ਉੱਥੋਂ ਹੀ ਆਏ ਸਨ, ਉਸ ਪਲਾਂਟ ਦਾ ਨੀਂਹ ਪੱਥਰ ਰੱਖ ਕੇ ਆਏ ਸਨ। ਚਲੋ ਦੇਖੋ, ਇਹ ਚੰਗੀ ਗੱਲ ਹੈ ਇਹਨਾਂ ਨੇ ਇਸ ਟਾਟਾ ਸਟੀਲ ਪਲਾਂਟ ਨੂੰ ਲਿਆਂਦਾ ਤੇ ਇਹਦੇ ਵਿੱਚ 2600 ਰੁਜ਼ਗਾਰ ਮਿਲਣ ਦੀ ਜਿਹੜੀ ਆ ਸੰਭਾਵਨਾ ਹੈ। ਤੇ ਨਾਲ ਇਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਈ ਕੁਝ ਹੋਰ ਪ੍ਰੋਜੈਕਟ ਵੀ ਜਿਹੜੇ ਆ ਉਹ ਲਿਆਂਦੇ ਜਾ ਸਕਦੇ ਆ। ਗੱਲ ਇਹ ਆ ਕਿ ਦੇਖੋ, ਟਾਟਾ ਤੋਂ ਬਾਅਦ ਜੇ ਹੋਰ ਕੰਪਨੀਆਂ ਵੀ ਆ ਜਾਂਦੀਆਂ, ਕਿਉਂਕਿ ਦੇਖੋ ਇੱਕ ਲੱਗ ਜਾਂਦਾ ਹੈ ਕਿਸੇ ਦਾ ਏਡਾ ਤਗੜਾ ਪਲਾਂਟ ਤਾਂ ਫਿਰ ਦੂਸਰਾ ਵੀ ਸੋਚਦਾ, ਸਮਝਦੇ ਹੋ ਨਾ? ਤੇ ਸੂਬੇ 'ਚ ਇਨਵੈਸਟਮੈਂਟ ਆਵੇ, ਮੈਂ ਤੇ ਆਪ ਚਾਹੁੰਦਾ ਇਨਵੈਸਟਮੈਂਟ ਆਵੇ, ਵਧੀਆ ਕੰਮ ਆ, ਇਹ ਖਿੱਚਣਾ ਚਾਹੀਦਾ ਇਹਨਾਂ ਨੂੰ। ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਖਾਸ ਤੌਰ ਤੇ, ਉਹਨਾਂ ਨੂੰ ਇਹ ਭਰੋਸੇ 'ਚ ਲੈਣ ਤਾਂ ਕਿ ਧਰਨੇ ਮੁਜ਼ਾਹਰੇ ਸਾਡੇ ਇੱਥੇ ਘਟਣ, ਰੋਡ ਜਾਮ ਘਟਣ, ਰੇਲ ਜਾਮ ਘਟੇ, ਤਾਂ ਵਧੀਆ ਗੱਲ ਹੈ। ਮਾਹੌਲ ਬਣਾ ਰਹੇ ਨੇ ਤਾਂ ਵਧੀਆ ਗੱਲ ਹੈ, ਜਿੰਨੀ ਵੀ ਇਨਵੈਸਟਮੈਂਟ ਆਵੇ ਤਾਂ ਵਧੀਆ ਗੱਲ ਹੈ, ਓਕੇ ਆ। ਪਰ ਮਤਲਬ ਕਿ ਇੱਕ ਪਲਾਂਟ ਲਿਆ ਕੇ ਉਹਦੀ ਹੁਣ ਆਪਾਂ ਮਸ਼ਹੂਰੀ ਕਰੀ ਜਾਈਏ, ਉਹ ਠੀਕ ਨਹੀਂ ਹੈ। ਲਗਾਤਾਰ ਖਿੱਚੋ ਕੰਮ, ਇਹ ਚੰਗੀ ਗੱਲ ਆ, ਬਹੁਤ ਵਧੀਆ ਗੱਲ ਆ, ਰੁਜ਼ਗਾਰ ਮਿਲੇਗਾ। ਪਰ ਇਹਦੇ ਨਾਲ ਇੱਕ ਚੀਜ਼ ਜਿਹੜੀ ਹੈ ਨਾ ਉਹ ਵੇਖਣ ਵਾਲੀ ਆ ਕਿ ਇਕੱਲੇ ਜਿਹੜੇ ਮਹਾਨਗਰ ਆ ਜਿੱਦਾਂ ਲੁਧਿਆਣਾ ਹੈ ਜਾਂ ਕੁਛ ਹੋਰ ਮੰਡੀ ਗੋਬਿੰਦਗੜ੍ਹ ਹੈ, ਜਿਨ੍ਹਾਂ 'ਚ ਅੱਗੇ ਵੀ ਉਦਯੋਗ ਹੈਗਾ, ਕਿ ਉਹਨਾਂ 'ਚ ਉਦਯੋਗ ਜਿਹੜਾ ਚੱਲ ਰਿਹਾ, ਛੋਟੀ ਸਨਅਤ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਸਾਨੂੰ। ਤੇ ਦੂਜੀ ਗੱਲ ਆ ਕਿ ਸਾਨੂੰ ਛੋਟੇ ਸ਼ਹਿਰਾਂ 'ਚ ਵੀ ਉਦਯੋਗ ਲਿਜਾਣੇ ਪੈਣ। ਦੇਖੋ, ਇਹ ਜ਼ਰੂਰੀ ਆ, ਸਨਅਤ ਸਾਨੂੰ ਛੋਟੇ ਸ਼ਹਿਰਾਂ 'ਚ ਵੀ ਲਿਜਾਣੀ ਪਏਗੀ। MSME ਜਿਹਨੂੰ ਆਪਾਂ ਕਹਿੰਦੇ ਆ, ਉਹ ਸਾਨੂੰ ਮੈਂ ਤਾਂ ਕਹਿੰਦਾ ਕਿ ਵੱਡੇ ਪਿੰਡਾਂ ਤੱਕ ਵੀ ਲਿਜਾਣੀ ਚਾਹੀਦੀ ਹੈ। ਇਹ ਯੂਨਿਟ ਸਾਨੂੰ ਲਿਜਾਣੇ ਪੈਣਗੇ, ਉਹ ਦੇਖਦੇ ਆ ਚਲੋ ਅੱਗੇ ਕੀ ਬਣਦਾ। ਪਰ ਵਧੀਆ ਗੱਲ ਹੈ, ਜਿਹੜਾ ਕਦਮ ਵਧੀਆ ਚੁੱਕਦੇ ਨੇ ਅਸੀਂ ਤਾਂ ਵਧੀਆ, ਮੈਂ ਤਾਂ ਐਟਲੀਸਟ ਮਤਲਬ ਕਿ ਮੰਨਦਾ ਕਿ ਇਨਵੈਸਟਮੈਂਟ ਜਿੰਨਾ ਵੀ ਸਾਨੂੰ ਆਏਗਾ ਵਧੀਆ ਕੰਮ ਆ, ਬਹੁਤ ਹੀ ਵਧੀਆ ਗੱਲ ਆ। ਤੇ ਪਰ ਗੱਲ ਇਹ ਆ ਕਿ ਮਾਹੌਲ ਇਸ ਤਰ੍ਹਾਂ ਦਾ ਬਣਾਓ ਕਿ ਉਦਯੋਗਪਤੀ ਜਿਹੜੇ ਆ ਉਹ ਖਿੱਚੇ ਤੁਰੇ ਹੋਣ, ਕਿਉਂਕਿ ਕਿਸੇ ਸਮੇਂ ਸਾਡੀ ਇੰਡਸਟਰੀ ਦੀ ਗਰੋਥ ਰੇਟ ਜਿਹੜੀ ਸੀ ਨਾ ਵੰਡ ਤੋਂ ਬਾਅਦ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਦੱਸ ਦੇਣਾ, ਜ਼ਿੰਦਗੀ 'ਚ ਯਾਦ ਰੱਖਿਓ। ਪੰਜਾਬ ਦੀ ਜਦੋਂ ਵੰਡ ਹੋ ਗਈ ਤਾਂ ਕੁਝ ਸਾਲਾਂ ਦੇ ਅੰਦਰ ਸਾਡੇ ਜਿਹੜੇ ਕਾਰਖਾਨੇ ਫੈਕਟਰੀਆਂ ਸੀ ਉਹ 2-2.5 ਤੋਂ ਵੱਧ ਕੇ 50,000 ਤੱਕ ਚਲੇ ਗਏ ਸਨ, 50,000 ਤੋਂ ਉੱਤੇ। ਇਹ ਇੱਕ ਅੰਕੜਾ ਹੈ, ਫੈਕਟ ਆ, ਮੈਂ ਇਹਦੇ ਤੇ ਰਿਸਰਚ ਕੀਤੀ ਹੋਈ ਆ। ਤੇ ਹਿਸਾਬ ਲਾ ਲਓ 85 ਤੱਕ ਸਾਡਾ ਉਦਯੋਗ 21% ਦੀ ਗਰੋਥ ਰੇਟ ਨਾਲ ਵਧਿਆ, ਜਿਹੜਾ ਰਿਕਾਰਡ ਹੈ। ਈਵਨ ਦੈਟ 85 ਤੋਂ 95 ਤੱਕ ਵੀ 10% ਨਾਲ, ਜਦੋਂ ਮਤਲਬ ਕਿ ਪੰਜਾਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਨਸਰਜੈਂਸੀ ਦੇ ਦੌਰ ਨਾਲ ਜੂਝ ਰਿਹਾ ਸੀਗਾ। ਤੇ ਉਸ ਤੋਂ ਬਾਅਦ ਜਦੋਂ ਲਿਬਰਲਾਈਜੇਸ਼ਨ ਆਉਂਦਾ ਹੈ, ਇੰਡੀਅਨ ਇਕਨੋਮੀ ਖੁੱਲਦੀ ਹੈ, ਇਹਨਾਂ ਦਾ ਮਤਲਬ ਕਿ ਜਿਹੜਾ ਬਣਦਾ ਸੀ ਜਿਮਾ, ਉਹਦੇ ਨਾਲ ਇਹ ਇਨਸਾਫ ਨਹੀਂ ਕਰ ਸਕੇ, ਖਾਸ ਤੌਰ ਤੇ ਕਾਂਗਰਸ, ਫਿਰ ਕਾਲੀ ਇਥੋਂ ਬਾਅਦ ਤਾਂ ਫਿਰ ਇੰਡਸਟਰੀ ਥੱਲੇ ਗਈ ਹੈ। ਇੱਕ ਵੇਲਾ ਤੇ ਐਸਾ ਆਇਆ ਕਿ 0.95 ਗਰੋਥ ਰੇਟ ਹੈਗੀ। ਇਸ ਕਰਕੇ ਇਹ ਸਾਫ਼ ਆ, ਸਪਸ਼ਟ ਆ ਕਿ ਬਿਲਕੁਲ 92 ਤੋਂ ਲੈ ਕੇ ਜਾਂ 93 ਤੋਂ ਲੈ ਕੇ ਕਹਿ ਲਓ ਜੇ 23 ਤੱਕ 30 ਸਾਲ ਗਿਣੋਗੇ, ਕਾਲੀ ਤੇ ਕਾਂਗਰਸੀ ਉਸ ਗੱਲ ਵਾਸਤੇ ਜ਼ਿੰਮੇਵਾਰ ਨੇ ਜਿਹੜੀ ਗੱਲ ਆਪਾਂ ਕਰਦੇ ਪਏ ਹਾਂ। ਪਰ ਕੀ ਉਸ 21% ਦੇ ਅੱਧ 'ਚ ਅਸੀਂ ਚਲੇ ਜਾਵਾਂਗੇ ਇਸ ਟੈਨਿਓਰ 'ਚ? ਜੇ ਇਹ ਲੈ ਜਾਂਦੇ ਨੇ ਮਾਨ ਸਾਹਿਬ, ਮੈਂ ਸਮਝਦਾ ਕਿ ਬਹੁਤ ਵੱਡਾ ਇਹਨਾਂ ਦਾ ਉਦਮ ਹੋਏਗਾ,
ਬਹੁਤ ਵੱਡੀ ਇਹਨਾਂ ਨੂੰ ਫਿਰ ਸ਼ਲਾਘਾ ਮਿਲਣੀ ਚਾਹੀਦੀ ਆ। ਚਲੋ ਕੋਸ਼ਿਸ਼ਾਂ ਨੇ ਹਾਲੇ, ਠੀਕ ਆ, ਆਪਾਂ ਦੇਖਦੇ ਹਾਂ ਕਿ ਕੀ ਬਣਦਾ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਨੂਰਾਂ ਸਿਸਟਰਸ ਦੀ। ਨੂਰਾਂ ਸਿਸਟਰਸ ਨੂੰ ਕਹਿੰਦੇ ਹੁਣ ਧਮਕੀ ਆਈ ਹੈ ਜੀ। ਦੇਖੋ ਕਿਸੇ ਫੋਨ ਤੋਂ ਧਮਕੀ ਆਈ ਹੈ ਜਿਹੜਾ ਕਿ ਬਾਹਰਲਾ ਨੰਬਰ ਸੀਗਾ। ਉਸ ਤੋਂ ਬਾਅਦ ਅੱਜ ਖਬਰਾਂ ਲੱਗੀਆਂ ਨੇ। ਨਹੀਂ ਹੁਣ ਪਤਾ ਨਹੀਂ, ਅਸਲੀ ਗੈਂਗਸਟਰ ਵੀ ਲੱਗ ਜਾਂਦੇ ਨੇ ਨਾ ਕਲਾਕਾਰਾਂ ਦੇ ਮਗਰ, ਪੈਸਾ ਪੂਸਾ ਲੈਂਦੇ ਨੇ ਉਹ ਇਹਨਾਂ ਤੋਂ ਖਾਸਾ। ਉਹ ਕਹਿੰਦੇ ਤੁਸੀਂ ਕਮਾਈ ਕਰੀ ਜਾਂਦੇ ਹੋ, ਸਾਨੂੰ ਵੀ ਦੇ ਦਿਓ ਥੋੜਾ ਜਿਹਾ, ਤੇ ਕਈ ਦੇ ਦਿੰਦੇ ਨੇ, ਕਈ ਥੋੜਾ ਨਾ ਨੁੱਕਰ ਕਰਦੇ, ਫੈਰਫੂ ਵੀ ਹੋ ਜਾਂਦੇ, ਫਿਰ ਉਹਨਾਂ ਨੂੰ ਗਨਮੈਨ ਦਿੱਤੇ ਜਾਂਦੇ ਨੇ। ਅੱਜ ਕੱਲ ਵੈਸੇ ਵੀ ਕੁਝ ਸਿੰਗਰ ਅੰਡਰ, ਪਰ ਇਹ ਆ ਕਿ ਇੱਥੇ ਅੱਜ ਕੱਲ ਜਿਵੇਂ ਫੇਕ ਆਈਡੀ ਕਾਰਡ ਬਣ ਗਿਆ, ਫੇਕ ਸਰਟੀਫਿਕੇਟ ਬਣ ਗਿਆ, ਇੱਥੇ ਫੇਕ ਅੱਜ ਕੱਲ ਗੈਂਗਸਟਰ ਵੀ ਬਣ ਜਾਂਦੇ ਆ। ਬਟਾਲੇ ਅੱਜ ਹੀ ਫੜੇ। ਸੋ ਇਸ ਕਰਕੇ ਇਹ ਤਾਂ ਪੂਰੀ ਡੂੰਘਾਈ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕਿਸਨੇ ਕਾਲ ਕੀਤੀ ਆ, ਕਿਸਨੇ ਕਾਲ ਨਹੀਂ ਕੀਤੀ, ਕੌਣ ਹੈ ਕੌਣ ਨਹੀਂ, ਫਿਰ ਹੀ ਪਤਾ ਲੱਗੇਗਾ। ਪਰ ਮੈਂ ਸਮਝਦਾ ਕਿ ਗਲਤ ਗੱਲ ਆ, ਕਿਉਂਕਿ ਇੱਕ ਫੀਮੇਲ ਸਿੰਗਰ ਨੂੰ ਇਸ ਤਰ੍ਹਾਂ ਕੋਈ, ਜੇ ਚਾਹੇ ਝੂਠਾ ਚਾਹੇ ਕੋਈ ਸੱਚਾ ਹੈ, ਨਹੀਂ ਇਸ ਤਰ੍ਹਾਂ ਧਮਕਾਉਣਾ ਚਾਹੀਦਾ। ਪਰ ਚੰਗੀ ਤਰ੍ਹਾਂ ਜਾਂਚ ਹੋਵੇ ਡੂੰਘਾਈ ਦੇ ਨਾਲ। ਮੈਂ ਜਿਵੇਂ ਤੁਹਾਨੂੰ ਦੱਸਿਆ, ਇਹ ਇੱਥੇ ਬਹੁਤ ਸਾਰਾ ਇਸ ਤਰ੍ਹਾਂ ਦਾ ਵੀ ਜਾਲੀ ਕੰਮ ਚੱਲਦਾ ਪਿਆ। ਕੁਝ ਪੈਸੇ ਮੰਗਦੇ ਤੇ ਕੁਝ ਲੈ ਵੀ ਜਾਂਦੇ ਆ। ਜੀ ਜੀ। ਤੇ ਹਿਮਾਚਲ ਨੇ ਬਾਹਰੀ ਰਾਜਾਂ ਦੇ ਜਿਹੜੇ ਟੈਕਸੀ ਆਪਰੇਟਰ ਆ ਉਹਨਾਂ ਨੂੰ ਸੱਦਿਆ ਜੀ। ਹਾਂਜੀ, ਇਹ ਦੇਖੋ ਆਲ ਇੰਡੀਆ ਪਰਮਿਟ ਵਾਲੇ ਜਿਹੜੇ ਹੈਗੇ ਨੇ ਨਾ, ਉਹਨਾਂ ਨੇ ਜਿਹੜਾ ਕੋਈ ਐਕਸਟਰਾ ਟੈਕਸ ਲਾਇਆ ਗਿਆ ਸੀਗਾ, ਉਹ ਹਟਾਉਣ ਦੀ ਮੰਗ ਕੀਤੀ ਸੀ। ਇਹਦੇ ਚ ਬਾਈਕਾਟ ਚੱਲ ਰਿਹਾ ਸੀਗਾ ਕਿ ਨਹੀਂ ਆਇਆ ਜਾਏਗਾ ਤੁਹਾਡੇ ਇੱਥੇ ਸਟੇਟ ਦੇ ਵਿੱਚ, ਕਿਉਂਕਿ ਟੈਕਸ ਵਧੇਰੇ ਆ। ਉਸ ਤੋਂ ਬਾਅਦ ਇਹਨਾਂ ਨੇ ਬੁਲਾਇਆ, ਜਿਵੇਂ ਪੰਜਾਬ ਦੇ ਆਪਣੇ ਹੋ ਗਏ, ਚੰਡੀਗੜ੍ਹ ਦੇ ਹੋ ਗਏ, ਜਾਂ ਹਰਿਆਣੇ ਦੇ ਟੈਕਸੀ, ਟੈਂਪੂ, ਬੱਸ ਆਪਰੇਟਰ, ਇਹ ਕਿਉਂਕਿ ਬਾਈਕਾਟ ਕਰਕੇ ਬੈਠੇ ਸਨ। ਹੁਣ ਜਿਹੜਾ ਹਿਮਾਚਲ ਆ, ਅੱਛਾ ਹਿਮਾਚਲ ਦੀ ਵੀ ਗਰੋਥ ਰੇਟ ਆਪਣੇ ਨਾਲੋਂ ਜ਼ਿਆਦਾ ਹੈ, ਤੁਹਾਨੂੰ ਪਤਾ ਇਸ ਚੀਜ਼ ਦਾ? ਜੀ ਜੀ। ਹਿਮਾਚਲ ਦੀ ਗਰੋਥ ਰੇਟ ਪੰਜਾਬ ਨਾਲੋਂ ਜ਼ਿਆਦਾ ਆ। ਆਪਾਂ ਕਹਿ ਦਿੰਦੇ ਆ ਕਿ ਜੀ ਸਾਨੂੰ ਸਮੁੰਦਰ ਨਹੀਂ ਲੱਗਦਾ, ਤੇ ਹਿਮਾਚਲ ਕਿਹੜਾ ਸਮੁੰਦਰ 'ਚ ਹੈ? ਤੇ ਉੱਤਰਾਖੰਡ ਦੀ ਹਿਮਾਚਲ ਤੋਂ ਵੀ ਜ਼ਿਆਦਾ ਹੈ। ਉਹ ਕਿਹੜਾ ਸਮੁੰਦਰ ਦੇ ਕਿਨਾਰੇ ਤੇ? ਜੀ। ਇਹ ਲੀਡਰ ਜਿਹੜੇ ਆ ਜ਼ਿੰਮੇਦਾਰ ਨੇ ਸਾਡੇ। ਅੱਛਾ, ਗੱਲ ਇਹ ਆ ਕਿ ਇਹਨਾਂ ਦਾ ਕੰਮ ਸਾਰਾ ਟੂਰਿਜ਼ਮ ਦੇ ਨਾਲ ਚੱਲਦਾ, ਤੁਹਾਨੂੰ ਪਤਾ ਹੀ ਹੈ। ਹੁਣ ਇਹਨਾਂ ਦੀ ਬਾਂਗ ਪਈ ਆ, ਤਾਂ ਇਹਨਾਂ ਨੇ ਬੁਲਾਇਆ, ਤੇ ਸ਼ਾਇਦ ਇਹ ਮਸਲਾ ਹੱਲ ਹੋ ਜਾਏਗਾ। ਤਾਂ ਮੇਰਾ ਵੀ ਮੰਨਣਾ ਕਿ ਦੇਖੋ, ਜਿਹੜੀ ਸੂਬੇ ਦੀ ਆਰਥਿਕਤਾ ਡਿਪੈਂਡ ਹੈ ਸੈਲਾਨੀਆਂ ਦੇ ਨਾਲ, ਸੈਰ ਸਪਾਟੇ ਵਾਲਿਆਂ ਦੇ ਨਾਲ, ਤਾਂ ਘੱਟੋ ਘੱਟ ਤੁਸੀਂ ਜ਼ਿਆਦਾ ਛੇਲਣਾ ਨਾ ਲਗਾਓ। ਤੁਹਾਡੇ ਕੋਲ ਤੇ ਵੈਸੇ ਹੀ ਪੈਸਾ ਬਹੁਤ ਆ ਰਿਹਾ, ਉਹ ਵੀ ਟੂਰਿਸਟ ਆਏਗਾ ਘੁੰਮਣ, ਉੱਥੇ ਤੁਹਾਡੀ ਇਕਨੋਮੀ 'ਚ ਹਿੱਸਾ ਪਾ ਕੇ ਜਾਏਗਾ ਨਾ। ਪਰ ਜਿਹੜੇ ਉਹਨਾਂ ਨੂੰ ਲੈ ਕੇ ਆਉਂਦੇ ਆ, ਉਹਨਾਂ ਬਾਰੇ ਕੁਝ ਸੋਚੋ ਜੀ, ਕੁਝ ਸੋਚੋ। ਖੈਰ, ਮੁੱਖ ਮੰਤਰੀ ਨੇ ਬੁਲਾਇਆ, ਅੱਛੇ ਮਾਹੌਲ 'ਚ, ਕਹਿੰਦੇ ਗੱਲਬਾਤ ਹੋਈ ਆ, ਸ਼ਾਇਦ ਇਹ ਮਸਲਾ ਹੱਲ ਹੋ ਜਾਏਗਾ। ਜੀ ਜੀ। ਤੇ ਪ੍ਰਧਾਨ ਮੰਤਰੀ ਨੇ ਫਿਲਿਸਤੀਨ ਨੂੰ ਸਮਰਥਨ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ ਮਿੰਟੂ ਜੀ। ਪਹਿਲਾਂ ਸ਼ਾਇਦ ਰੁਖ ਇਜ਼ਰਾਈਲ ਵੱਲ ਸੀਗਾ। ਨਹੀਂ 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 ਜੀ। ਇਹ ਇੱਕ ਗਲਤ ਫਹਿਮੀ ਹੈ ਜਿਹੜੀ ਕਿ ਫੈਲਾਈ ਜਾ ਰਹੀ ਆ। ਇੰਡੀਆ ਦਾ ਜਿਹੜਾ, ਇਹ ਆਰਐਸਐਸ ਦਾ ਝੁਕਾਅ ਹੈ। ਅੱਛਾ, ਇਹੀ ਤੇ ਕਨਫਿਊਜ਼ਨ ਹੁੰਦੀ ਹੈ ਨਾ ਜੀ। ਬਿਲਕੁਲ, ਇਹ ਐਕਸਟ੍ਰੀਮ ਰਾਈਟ ਵਿੰਗ ਦਾ ਝੁਕਾਅ ਹੈ। ਇੰਡੀਆ ਦਾ ਜਿਹੜਾ ਸਿਧਾਂਤਕ ਸਟੈਂਡ ਰਿਹਾ ਹੈ, ਮਹਾਤਮਾ ਗਾਂਧੀ ਤੋਂ ਲੈ ਕੇ, ਹਾਲਾਂਕਿ ਇੱਕ ਅੰਗਰੇਜ਼ੀ ਰਾਈਟਰ ਦੀ ਪੁਸਤਕ 'ਚ ਮੈਂ ਪੜ੍ਹਿਆ ਸੀਗਾ ਕਿ ਮਹਾਤਮਾ ਗਾਂਧੀ ਯਹੂਦੀਆਂ ਦੇ ਮਤਲਬ ਕਿ ਕੁਝ ਧਾਰਮਿਕ ਮਾਮਲਿਆਂ ਤੋਂ ਥੋੜੇ ਅਣਜਾਣ ਲੱਗਦੇ ਨੇ। ਅਦਰਵਾਈਜ਼ ਉਹਨਾਂ ਦਾ ਸਟੈਂਡ ਸੀ ਮਹਾਤਮਾ ਗਾਂਧੀ ਹੋਰਾਂ ਦਾ, ਫਿਲਿਸਤੀਨ ਦੇ ਹੱਕ 'ਚ ਸੀ। ਆਜ਼ਾਦੀ ਤੋਂ ਪਹਿਲਾਂ ਵੀ ਇੰਡੀਆ ਦਾ ਕਹਿ ਲਓ ਵੱਡਾ ਨੇਤਾ ਜਿਹੜਾ ਫਿਲਿਸਤੀਨ ਦੇ ਹੱਕ 'ਚ ਸੀ। ਨਹਿਰੂ ਵੀ ਫਿਲਿਸਤੀਨ ਦੇ ਹੱਕ 'ਚ ਸੀ ਜੀ, ਠੀਕ ਹੈ ਨਾ ਜੀ। ਇੰਦਰਾ ਦੇ ਦੌਰ 'ਚ ਵੀ ਇੰਡੀਆ ਨੇ ਫਿਲਿਸਤੀਨ ਨੂੰ ਸਪੋਰਟ ਕੀਤਾ, ਤੇ ਅਟਲ ਬਿਹਾਰੀ ਵਾਜਪੇਈ ਨੇ ਤਾਂ ਗੱਜ ਕੇ ਕਿਹਾ ਸੀ ਕਿ ਵਾਪਸ ਮਿਲਣੀ ਚਾਹੀਦੀ ਹੈ ਜਗ੍ਹਾ ਜੋ ਫਿਲਿਸਤੀਨ ਦੀ ਹੈ। ਥੋੜਾ ਇਤਿਹਾਸ ਦੇ ਵਿੱਚ ਜਾਓਗੇ, ਜੇ ਹੁਣ ਵੈਸੇ ਤਾਂ ਬਹੁਤ ਗੱਲਾਂ ਹੈ, ਹਿਬਰੂ ਸਾਮਰਾਜ, ਇਹ ਕਹਿੰਦੇ ਆ ਨਾ ਕਿ ਸਾਡਾ ਹਿਬਰੂ ਸਾਮਰਾਜ ਸੀ, ਤੇ ਉਹ ਤੋਂ ਪਹਿਲਾਂ 1100 ਈਸਾ ਪੂਰਵ ਇਹਨਾਂ ਨੂੰ ਪੁੱਛੋ ਕਿ ਕੀ ਸੀਗਾ ਇੱਥੇ ਸੀ ਕ੍ਰੇਨਾਈਟ ਸਭਿਅਤਾ, ਜਿਹਨੂੰ ਹਰਾ ਕੇ ਇਹਨਾਂ ਨੇ ਇਹ ਸ਼ਾਸਨ ਕੀਤਾ ਸੀ, ਤੇ ਮਹਿਜ਼ 73 ਸਾਲ ਰਿਹਾ ਸੀਗਾ ਰੋਮਨਸ ਨੇ। ਉਹ ਇਤਿਹਾਸ ਹੈ। ਤੇ ਉਸ ਤੋਂ ਬਾਅਦ ਜਦੋਂ 1896 ਚ ਥਿਓਰਾਇਡ ਨੇ ਉਹ ਕਿਤਾਬ ਲਿਖੀ ਹੈ, ਥਿਓਡੋਰ ਨੇ, ਤੇ ਉਦੋਂ ਬਾਅਦ ਜਦੋਂ ਯਹੂਦੀ ਆਉਣੇ ਸ਼ੁਰੂ ਹੋਇਆ, ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ
ਉਦੋਂ ਤੱਕ 1200 ਸਾਲ ਪਿੱਛੇ ਜਾ ਕੇ ਵੀ ਫਿਲਿਸਤੀਨ ਇੱਕ ਸ਼ਾਂਤ ਦੇਸ਼ ਸੀ, ਜਿਹਦੇ ਚ ਉਦੋਂ ਵੀ ਉਸ ਟਾਈਮ ਫਸਟ ਵਰਲਡ ਵਾਰ ਤੋਂ ਪਹਿਲਾਂ ਤੱਕ 86% ਮੁਸਲਮਾਨ, 10% ਈਸਾਈ ਤੇ 4% ਯਹੂਦੀ ਮਿਲ ਜੁਲ ਕੇ ਰਹਿੰਦੇ ਸੀ। ਪਰ ਗੋਰਿਆਂ ਨੇ ਜਿਵੇਂ ਇੱਥੇ ਆਪਣੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਉਹੀ ਕੁਝ ਕੀਤਾ। ਜਿਹੜੇ ਅਰਬ ਸੀ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਆਜ਼ਾਦੀ ਦੇ ਦੇਵਾਂਗੇ, ਆਟੋਮਨ ਨਾਲ ਲੜ ਰਹੇ ਸੀ ਜਦੋਂ, ਤੇ ਮੁੜ ਕੇ ਇਧਰ ਦੂਜੇ ਪਾਸੇ ਇਹਨਾਂ ਨੂੰ ਕਹੀ ਜਾਂਦੇ ਯਹੂਦੀਆਂ ਨੂੰ ਤੁਹਾਨੂੰ ਦੇਸ਼ ਦੇ ਦਿਆਂਗੇ। ਦੋਗਲੀ ਤੇ ਨੀਤੀ ਆਪ ਯੂਰਪ ਦੇ ਵਿੱਚ ਇਹਨਾਂ ਨੂੰ ਕੁੱਟਦੇ ਸੀ, ਉੱਥੇ ਉਹਨਾਂ ਨੂੰ ਸ਼ਰਮ ਨਹੀਂ ਸੀ ਦੇ। ਇਹ ਸੱਚਾਈਆਂ ਨੇ ਜੀ, ਇਤਿਹਾਸਕ ਸੱਚ ਆ ਇਹ। ਜੀ ਜੀ। ਤੇ ਫਿਰ ਦੇਸ਼ ਵੀ ਬਣ ਗਿਆ, ਸਾਰਾ ਕੁਝ ਹੋ ਗਿਆ। ਤੇ ਮੁੜ ਕੇ ਗੱਲ ਇਹ ਹੈ ਕਿ ਉਹ ਜਿਹੜੀ ਉਹਨਾਂ ਦੇ ਕੋਲ ਉਸ ਵੇਲੇ ਅਰਬਾਂ ਕੋਲ, ਜਿਹੜੇ ਅਰਬ ਮੁਸਲਮਾਨ ਸੀਗੇ, ਉਹਨਾਂ ਦੇ ਕੋਲ ਫਿਲਿਸਤੀਨ 'ਚ ਜਿਹੜੀ 93% ਭੂਮੀ ਸੀ ਉਹ 45 ਕਰ ਦਿੱਤੀ ਇਹਨਾਂ ਨੇ ਵੰਡ ਕੇ, 55-45। ਤੇ ਹੈਰਾਨ ਹੋ ਗਏ ਤੁਸੀਂ, ਅੱਜ ਤੱਕ 3% ਹੈ ਉਹਨਾਂ ਦੇ ਕੋਲ ਜੀ, 3%। ਤੇ ਇਸ ਇਤਿਹਾਸ ਨੂੰ ਕਿੱਦਾਂ ਹੁਣ ਇੰਡੀਆ ਭੁੱਲ ਸਕਦਾ? ਕਿਉਂਕਿ ਉਹ ਜੋ ਹਵਾਲਾ ਦਿੰਦੇ ਆ ਇਬਰਾਹਿਮ ਦੇ ਕਥਨ ਆ ਕਿ ਇਤਿਹਾਸ ਦੇ ਵਿੱਚ ਕਦੇ ਇਜ਼ਰਾਈਲ ਦੇਸ਼ ਸੀਗੇ ਜਿਸ ਨੂੰ ਰੋਮਨ ਨੇ ਨਸ਼ਟ ਕੀਤਾ, ਚਲੋ ਬਈ ਆਪਾਂ ਦੇਸ਼ ਬਣਾਈਏ। ਉਹਨਾਂ ਨੂੰ ਤਾਂ ਸੁਪਨਾ 1896 ਚ ਆਇਆ ਨਾ ਕਿ ਆਪਾਂ ਦੇਸ਼ ਬਣਾਉਣਾ। ਜੀ ਜੀ। ਉਸ ਤੋਂ ਪਹਿਲਾਂ ਤੇ ਦੇਸ਼ ਤੋਂ ਇਹਨਾਂ ਦਾ ਸੀਗਾ। ਤੇ ਕਦੇ ਹੁੰਦਾ ਨਹੀਂ, ਬਹੁਤ ਧਰਮੀ ਦੇਸ਼ ਸੀਗਾ, ਬਹੁਤ ਸਾਰੇ ਧਰਮ ਰਹਿੰਦੇ ਸੀਗੇ। ਸੋ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਉਹ ਹੈਗਾ ਫਿਲਿਸਤੀਨ ਨੂੰ ਕਿ ਅਸੀਂ ਸਹਾਇਤਾ ਦਿੰਦੇ ਰਵਾਂਗੇ, ਉਹ ਜਿਹੜਾ ਸਮਰਥਨ ਹੈ ਉਹ ਭਾਰਤ ਦਾ ਸਿਧਾਂਤਕ ਸਟੈਂਡ ਆ। ਪਰ ਆ ਕੁਛ ਜਿਹੜੇ ਹੈਗੇ ਨੇ ਇੱਥੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਐਕਸਟ੍ਰੀਮ ਰਾਈਟਿਸਟ ਨੇ ਜਿਹੜੇ, ਇਹ ਇਹਨਾਂ ਦਾ ਦਿਲੋਂ ਇਸ ਕਰਕੇ ਯਹੂਦੀਆਂ ਨਾਲ, ਇਹ ਤੇ ਹਿਟਲਰ ਨੂੰ ਵੀ ਸਮਰਥਨ ਦਿੰਦੇ ਸੀ ਜਦੋਂ ਉਹ ਯਹੂਦੀਆਂ ਨੂੰ ਮਾਰ ਰਿਹਾ ਸੀ। ਤੇ ਹੁਣ ਜਦੋਂ ਯਹੂਦੀ ਇਹਨਾਂ ਨੂੰ ਰਗੜ ਰਹੇ ਨੇ, ਕਿ ਯਹੂਦੀਆਂ ਨੂੰ ਸਮਰਥਨ ਇਸ ਕਰਕੇ ਦਿੰਦੇ ਕਿ ਮੋਰੇ ਮੁਸਲਮਾਨ। ਜੀ ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜਿਹੜੇ ਸਨ ਮਿੰਟੂ ਗੁਰਸਰੀਆ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡਾ ਇੱਕ ਬ੍ਰੇਕ ਦੇ ਲਈ ਰੋਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਮੋਗਾ ਦਾ ਰੁਖ ਕਰਾਂਗੇ, ਜਿੱਥੇ ਦੋ ਧਿਰਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ। ਕੋਟ ਈਸੇ ਖਾਂ ਅਧੀਨ ਥਾਣਾ, ਜਿਹੜਾ ਥਾਣਾ ਪੈਂਦਾ ਉਹਦੇ ਪਿੰਡ ਆਉਂਦਾ ਖੋਸਾ ਕੋਟਲਾ, ਉਹਦੇ ਵਿੱਚ ਦੋ ਧਿਰਾਂ ਦੇ ਵਿੱਚ ਫਿਲਮੀ ਅੰਦਾਜ਼ ਦੇ ਵਿੱਚ ਸਮਾਂ ਤੇ ਸਥਾਨ ਮਿੱਥ ਕੇ ਆਮੋ ਸਾਹਮਣੇ ਗੋਲੀਆਂ ਚਲਾਈਆਂ ਗਈਆਂ। ਇਹਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਮੌਜੂਦਾ ਸਰਪੰਚ ਤੇ ਇੱਕ ਪੰਚ ਦੀ ਗੋਲੀਆਂ ਲੱਗਣ ਕਰਕੇ ਮੌਤ ਹੋ ਗਈ ਤੇ ਦੂਜੀ ਧਿਰ ਦਾ ਪਿਓ ਪੁੱਤ ਤੇ ਪਿੰਡ ਦਾ ਚੌਕੀਦਾਰ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਦੇ ਵਿੱਚ WhatsApp ਗਰੁੱਪ ਤੇ ਦੂਸ਼ਣਬਾਜ਼ੀ ਤੋਂ ਬਾਅਦ ਸਵੇਰੇ 8 ਵਜੇ ਸਮਾਂ ਤੇ ਸਥਾਨ ਤੈਅ ਕੀਤਾ ਗਿਆ ਸੀ। ਡੀਐਸਪੀ ਧਰਮਕੋਟ ਰਵਿੰਦਰ ਸਿੰਘ ਅਤੇ ਥਾਣਾ ਕੋਟ ਈਸੇ ਖਾਂ ਦੇ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਇਹ ਗੱਲ ਕਹੀ ਹੈ ਕਿ ਦੋਵਾਂ ਧਿਰਾਂ ਦੇ ਵਿੱਚ ਪਹਿਲਾਂ ਤੋਂ ਰੰਜਿਸ਼ ਚੱਲੀ ਆ ਰਹੀ ਸੀ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਵੀਰ ਸਿੰਘ ਸਰਪੰਚ ਤੇ ਰਣਜੀਤ ਸਿੰਘ ਪੰਚ ਵਜੋਂ ਹੋਈ ਹੈ। ਉਧਰ ਜਲੰਧਰ ਦੇ ਲਾਂਬੜਾ ਅਧੀਨ ਪੈਂਦੇ ਥਾਣੇ ਅਧੀਨ ਪੈਂਦੇ ਟਾਵਰ ਇਨਕਲੇਵ ਦੇ ਵਿੱਚ ਇੱਕ ਪੁੱਤਰ ਨੇ ਜਾਇਦਾਦ ਵਿਵਾਦ ਕਰਕੇ ਆਪਣੇ ਪਿਤਾ, ਮਾਂ ਅਤੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਹਰਪ੍ਰੀਤ ਸਿੰਘ ਨੇ ਆਪਣੇ ਹੀ ਪਿਤਾ ਦੀ ਬੰਦੂਕ ਦੇ ਨਾਲ ਸਾਰਿਆਂ ਨੂੰ ਗੋਲੀਆਂ ਮਾਰੀਆਂ ਤੇ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਕੁਝ ਸਮੇਂ ਬਾਅਦ ਥਾਣੇ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ। ਪਿਤਾ ਜਗਬੀਰ ਸਿੰਘ, ਮਾਤਾ ਅੰਮ੍ਰਿਤਪਾਲ ਕੌਰ ਤੇ ਭਰਾ ਗਗਨਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦਾ ਪਿਤਾ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਉਸਦੇ ਕੋਲ ਬੰਦੂਕ ਸੀ। ਪੁੱਤ ਨੇ ਇਸੇ ਹਥਿਆਰ ਦੇ ਨਾਲ ਆਪਣੇ ਮਾਤਾ, ਪਿਤਾ ਅਤੇ ਭਰਾ ਦਾ ਕਤਲ ਕਰ ਦਿੱਤਾ। ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਮੁਤਾਬਕ ਹਰਪ੍ਰੀਤ ਸਿੰਘ ਕੋਈ ਕੰਮਕਾਰ ਨਹੀਂ ਸੀ ਕਰਦਾ ਤੇ ਪਿਛਲੇ ਕਾਫੀ ਦਿਨਾਂ ਤੋਂ ਜਾਇਦਾਦ ਚੋਂ ਹਿੱਸੇ ਦੀ ਮੰਗ ਕਰ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਰੋਜ਼ਾਨਾ ਕਲੇਸ਼ ਹੁੰਦਾ ਸੀ ਤੇ ਉਸ ਤੋਂ ਬਾਅਦ ਉਸ ਨੇ ਆਪਣੇ ਮਾਤਾ ਪਿਤਾ ਦੇ ਨਾਲ ਲੜਾਈ ਝਗੜਾ ਕੀਤਾ ਤੇ ਝਗੜੇ ਤੋਂ ਬਾਅਦ ਉਹ ਆਪਣੇ ਘਰ ਤੋਂ ਦੂਰ ਰਹਿਣ ਲੱਗ ਪਿਆ ਸੀ। ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀ ਤੇ ਫਿਰ ਉਸਨੇ ਅੱਜ ਆਪਣੇ ਪਿਓ ਦੀ ਬੰਦੂਕ ਚੁੱਕ ਕੇ ਤਿੰਨਾਂ ਦਾ ਕਤਲ ਕਰ ਦਿੱਤਾ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਗੱਲ ਕਰਦੇ ਹਾਂ ਬਰਖਾਸਤ AIG ਰਾਜਜੀਤ ਸਿੰਘ ਹੁੰਦਲ ਦੀ। ਹੁੰਦਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ। ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹਾਲਾਂਕਿ ਇਹ ਹੁੰਦਲ ਨੂੰ ਇਸ ਮਾਮਲੇ ਦੇ ਵਿੱਚ 10 ਅਕਤੂਬਰ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਸੀ। ਮਾਮਲੇ ਦੀ ਸੁਣਵਾਈ 16 ਅਕਤੂਬਰ ਨੂੰ ਸੀ। ਹਾਈ ਕੋਰਟ ਨੇ ਜ਼ਮਾਨਤ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹੁਣ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਈ ਕੋਰਟ ਨੇ ਰਾਜਜੀਤ ਸਿੰਘ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ ਦੀ SIT ਵੱਲੋਂ ਪੇਸ਼ ਕੀਤੀ ਗਈ ਜਾਂਚ ਰਿਪੋਰਟ ਦੇ ਵਿੱਚ ਉਸ ਦਾ ਨਾਂ ਸਾਹਮਣੇ ਆਇਆ ਸੀ। ਕਈ ਬੈਂਕ ਖਾਤਿਆਂ ਦੇ ਵਿੱਚ ਉਸ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਪਾਈ ਗਈ ਹੈ। ਜੇਕਰ ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਗ੍ਰਹਿ ਸਕੱਤਰ ਨੇ ਰਾਜਜੀਤ ਸਿੰਘ ਹੁੰਦਲ ਦੇ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਨੇ ਤਾਂ ਇਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ। 2016 ਤੋਂ ਲੈ ਕੇ 22 ਦੇ ਦਰਮਿਆਨ ਉਸ ਦੀ ਜਾਇਦਾਦ ਦੇ ਵਿੱਚ ਵਾਧਾ ਹੋਇਆ, ਜਿਸ ਦੇ ਬਾਰੇ ਪੁੱਛ ਪੜਤਾਲ ਹੋਣੀ ਜ਼ਰੂਰੀ ਹੈ। ਇਸ ਦੇ ਲਈ ਸਾਰੇ ਤੱਥਾਂ ਨੂੰ ਦੇਖਦਿਆਂ ਹਾਈ ਕੋਰਟ ਨੇ ਰਾਜਜੀਤ ਸਿੰਘ ਹੁੰਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਸੋ ਹੁਣ ਰਾਜਜੀਤ ਸਿੰਘ ਹੁੰਦਲ ਨੂੰ ਜਿਹੜਾ ਉਹ ਝਟਕਾ ਲੱਗਿਆ ਤੇ ਦੱਸਦੇ ਚੱਲੀਏ ਕਿ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਰਾਜਜੀਤ ਦੇ ਖਿਲਾਫ 20 ਅਪ੍ਰੈਲ ਨੂੰ FIR ਜਿਹੜੀ ਆ ਉਹ ਦਰਜ ਕੀਤੀ ਸੀ। ਦੱਸ ਦਈਏ ਕਿ STF ਵੱਲੋਂ ਦਰਜ ਕੀਤੇ ਗਏ ਇੱਕ ਹੋਰ ਮਾਮਲੇ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਰਾਜਜੀਤ ਸ਼ੁੱਕਰਵਾਰ ਦੀ ਗੱਲ ਹੈ ਜਦੋਂ STF ਦੇ ਸਾਹਮਣੇ ਪੇਸ਼ ਹੋਏ ਸਨ। ਹਾਲਾਂਕਿ ਉਸ ਨੂੰ NDPS ਐਕਟ ਦੇ ਵਿੱਚ ਸੁਪਰੀਮ ਕੋਰਟ ਅਤੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਚੁੱਕੀ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਸ ਨੂੰ ਜ਼ਮਾਨਤ ਨਹੀਂ ਮਿਲੀ। ਇਹ ਉਹੀ ਰਾਜਜੀਤ ਸਿੰਘ ਹੁੰਦਲ ਹੈ ਜਿਹੜਾ ਕਾਫੀ ਸਮਾਂ ਪੰਜਾਬ ਪੁਲਿਸ ਦੀ ਗਿਰਫਤ ਦੇ ਵਿੱਚ ਨਹੀਂ ਆਇਆ, ਜਿਹਨੂੰ ਫੜਿਆ ਨਹੀਂ ਜਾ ਸਕਿਆ। ਤੇ ਇਹਦੇ ਤੇ ਬਾਬਤ ਆਪਾਂ ਪੰਜਾਬੀ ਰੇਡੀਓ ਐਸਏ ਤੇ ਕਈ ਵਾਰ ਗੱਲ ਵੀ ਕੀਤੀ ਹੈ ਤੇ ਇਹਦੇ ਬਾਰੇ ਇੱਕ ਜਿਹੜੀ ਗੱਲ ਆ ਉਹ ਹੋਰ ਕਰਦੇ ਚੱਲੀਏ ਕਿ ਇੰਦਰਜੀਤ ਸਿੰਘ, ਜਿਹਦੇ ਘਰੋਂ AK-47 ਤੇ ਬੜੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਮਿਲਿਆ ਸੀ, ਇਹਦੇ ਤੇ ਇੰਦਰਜੀਤ ਸਿੰਘ ਤੇ ਦੋਸ਼ ਹੈ ਕਿ ਇਹਨਾਂ ਨੇ ਪਾਕਿਸਤਾਨ ਦੇ ਤਸਕਰਾਂ ਦੇ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕੀਤੀ ਤੇ ਤਸਕਰੀ ਨਹੀਂ ਕੀਤੀ ਬਲਕਿ ਕਈ ਲੋਕਾਂ ਉੱਤੇ ਨਜਾਇਜ਼ ਕੇਸ ਪਾਏ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ NDPS ਦੇ ਕੇਸਾਂ ਚੋਂ ਕਢਾ ਦਿੰਨੇ ਆ, ਸਾਨੂੰ ਪੈਸੇ ਦਿਓ। ਹੁਣ ਪਹਿਲੀ ਗੱਲ ਤਾਂ ਪਹਿਲਾ ਗੁਨਾਹ ਤਾਂ ਇਹ ਕਿ ਅਸਲੀ ਗੁਨਾਹਗਾਰ ਨਹੀਂ ਫੜੇ। ਦੂਜਾ ਗੁਨਾਹ ਇਹ ਕਿ ਕਿਸੇ ਤੋਂ ਪੈਸੇ ਲੈ ਕੇ ਤੇ ਉਹਨੂੰ ਡਰਾ ਧਮਕਾ ਕੇ ਵਰਦੀ ਦਾ ਰੋਹ ਪਾ ਕੇ ਕੇਸ ਪਾਇਆ। ਤੀਜੀ ਗੱਲ ਇਹ ਕਿ ਇਸ ਗੁਨਾਹ ਨੂੰ ਫਿਰ ਬਾਅਦ ਦੇ ਵਿੱਚ ਸਹੀ ਸਾਬਤ ਕਰਨ ਦੇ ਲਈ ਉਹਨਾਂ ਦੇ ਜਿਹੜੇ ਕੇਸ ਆ ਉਹ ਮੁਕਰਾਏ ਗਏ ਜਾਂ ਉਹਨਾਂ ਦੇ ਵਿੱਚ ਫੈਬਰੀਕੇਸ਼ਨ ਜਿਹੜੀ ਆ ਉਹ ਸਬੂਤਾਂ ਦੇ ਨਾਲ ਛੇੜਛਾੜ ਕੀਤੀ ਗਈ। ਸੋ ਗੁਨਾਹ ਦਰ ਗੁਨਾਹ। ਤੇ ਇਸ ਤੋਂ ਵੀ ਵੱਡੀ ਜਿਹੜੀ ਇਹ ਗੱਲ ਹੈ ਕਿ ਇਹ ਰਾਜਜੀਤ ਸਿੰਘ ਜਿੱਥੇ ਵੀ ਜਾਂਦਾ ਸੀ ਇਹ ਇੰਦਰਜੀਤ ਸਿੰਘ ਨੂੰ ਨਾਲ ਹੀ ਰੱਖਦਾ ਸੀ। SSP ਜੋ ਤਰਨਤਾਰਨ ਸੀ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਗਿਆ ਤੇ ਇਹਨੇ ਇੰਦਰਜੀਤ ਸਿੰਘ ਨੂੰ ਨਾਲ ਹੀ ਲੈ ਗਿਆ। ਕਈ ਥਾਈਂ ਤਾਂ ਇਹਨੇ ਅਪਾਇੰਟਮੈਂਟ ਅਜਿਹੇ ਤਰੀਕੇ ਨਾਲ ਕੀਤੀ ਉਹਦੀ ਕਿ ਮਹਿਕਮੇ ਨੂੰ ਕੋਈ ਅਗਾਊਂ ਜਾਣਕਾਰੀ ਦਿੱਤੇ ਬਿਨਾਂ
ਮਹਿਕਮੇ ਦੇ ਅਫਸਰਾਂ ਨੂੰ ਦੱਸੇ ਬਿਨਾਂ ਇਹ ਨਾਲ ਹੀ ਇੰਦਰਜੀਤ ਸਿੰਘ ਨੂੰ ਰੱਖਦਾ ਸੀ। ਇੰਦਰਜੀਤ ਸਿੰਘ ਦੱਸਦੇ ਆ ਕਿ ਜਿਹੜੀਆਂ ਰਿਪੋਰਟਾਂ ਛਪੀਆਂ ਸੀ ਜਾਂ ਜਿਹੜੀਆਂ ਮੀਡੀਆ ਰਿਪੋਰਟਾਂ ਜਾਂ ਜਿਹੜੀਆਂ ਸਰਕਾਰ ਨੇ ਜਿਹੜੀਆਂ ਰਿਪੋਰਟਾਂ ਖੋਲ੍ਹੀਆਂ, ਜਿਹੜੀ ਜਾਂਚ ਕੀਤੀ ਹੈ ਉਪਾਧਿਆਏ ਹੋਰਾਂ ਨੇ ਜਾਂ ਹੋਰ ਅਫਸਰਾਂ ਨੇ, ਉਸ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਈ ਅਫਸਰਾਂ ਦਾ ਚਹੇਤਾ ਸੀ ਇੰਦਰਜੀਤ ਸਿੰਘ। ਉਹ ਇਸ ਵੇਲੇ ਅੰਦਰ ਹੈ। ਰਾਜਜੀਤ ਸਿੰਘ ਇਸ ਵੇਲੇ ਫਰਾਰ ਦੱਸਿਆ ਜਾਂਦਾ। ਹਾਲਾਂਕਿ ਲੰਘੇ ਦਿਨੀ ਉਹ ਜਾਂਚ ਦੇ ਵਿੱਚ ਸ਼ਾਮਲ ਹੋਇਆ ਸੀ। 6 ਮਹੀਨੇ ਹੋ ਗਏ ਜਦੋਂ ਤੋਂ ਉਹਨੂੰ ਸਰਕਾਰ ਨੇ ਬਰਖਾਸਤ ਕੀਤਾ ਹੋਇਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੀ ਸ੍ਰੀ ਕੀਰਤਪੁਰ ਸਾਹਿਬ ਦੀ ਟਰਾਂਸਪੋਰਟ ਸੁਸਾਇਟੀ ਵੱਲੋਂ ਅਲਟਰਾਟੈਕ ਕੰਪਨੀ ਦੇ ਨਾਲ ਸੰਬੰਧਿਤ ਟਰੱਕਾਂ ਦੇ ਚਾਲਕਾਂ ਨੂੰ ਕਥਿਤ ਤੰਗ ਪਰੇਸ਼ਾਨ ਕਰਨ ਜਿਹੜਾ ਕੇਸ ਆ ਉਹਦੇ ਸੁਣਵਾਈ ਕਰਨੀ ਹੈ। ਇਸ ਸੀਮੈਂਟ ਕੰਪਨੀ ਨੇ 18 ਸਤੰਬਰ ਨੂੰ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਸੀ ਤੇ ਦੋਸ਼ ਲਾਇਆ ਸੀਗਾ ਕਿ ਕੰਪਨੀ ਦੇ ਸਮਾਨ ਦੀ ਢੋਆ ਢੁਆਈ ਕਰਨ ਵਾਲੇ ਟਰੱਕਾਂ ਦੇ ਡਰਾਈਵਰਾਂ ਨੂੰ ਸੁਸਾਇਟੀ ਦੇ ਮੈਂਬਰ, ਜਿਹੜੀ ਕਿ ਸ੍ਰੀ ਕੀਰਤਪੁਰ ਸਾਹਿਬ ਦੀ ਟਰਾਂਸਪੋਰਟ ਸੁਸਾਇਟੀ ਹੈ, ਉਹਦੇ ਮੈਂਬਰਾਂ ਵੱਲੋਂ ਘੇਰ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਸ ਕੇਸ ਦੇ ਵਿੱਚ ਐਸਐਸਪੀ ਰੂਪਨਗਰ ਨੇ ਆਪਣਾ ਹਲਫਨਾਮਾ ਪੇਸ਼ ਕੀਤਾ ਸੀ। ਉੱਥੇ ਹੀ ਅਦਾਲਤ ਵੱਲੋਂ ਕੰਪਨੀ ਨੂੰ 7 ਅਕਤੂਬਰ ਨੂੰ ਇਲਾਕਾ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਗਵਾਹਾਂ ਦੇ ਬਿਆਨ ਕਲਮਬੱਧ ਕਰਵਾਉਣ ਦੀ ਵੀ ਹਦਾਇਤ ਕੀਤੀ ਸੀ। ਉਧਰ ਸੀਮੈਂਟ ਕੰਪਨੀ ਨੂੰ ਜਿਪਸਮ ਅਤੇ ਲਾਲ ਮਿੱਟੀ ਵਗੈਰਾ ਸਪਲਾਈ ਕਰਨ ਵਾਲੇ ਡੰਪ ਮਾਲਕਾਂ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਦੇ ਵਿੱਚ ਇੱਕ ਵੱਖਰਾ ਕੇਸ ਦਾਇਰ ਕਰਕੇ ਸੁਸਾਇਟੀ ਮੈਂਬਰਾਂ ਅਤੇ ਉਹਨਾਂ ਦੇ ਡੰਪਾਂ ਤੇ ਢੋਆ ਢੁਆਈ ਕਰਨ ਵਾਲੇ ਡਰਾਈਵਰਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਇਸ ਕੇਸ ਦੇ ਵਿੱਚ ਅਦਾਲਤ ਵੱਲੋਂ ਡੰਪ ਮਾਲਕਾਂ ਨੂੰ ਸੁਸਾਇਟੀ ਮੈਂਬਰਾਂ ਦੇ ਖਿਲਾਫ ਸਟੇ ਦਿੱਤੀ ਹੋਈ ਹੈ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਖਾਸ ਕਰਕੇ ਇਜ਼ਰਾਈਲ ਹਮਾਸ ਫਿਲਿਸਤੀਨ ਵਿਵਾਦ ਦੇ ਵਿੱਚ ਇਸ ਵੇਲੇ ਤਾਜ਼ਾ ਸਥਿਤੀ ਕੀ ਹੈ ਤੇ ਉਸ ਤੋਂ ਬਾਅਦ ਕੌਮਾਂਤਰੀ ਜਿਹੜੀ ਪੋਲਿਟਿਕਸ ਹੈ ਉਹ ਕਿਸ ਤਰੀਕੇ ਦੀ ਚੱਲ ਰਹੀ ਹੈ। ਖਾਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਾਰ ਚਰਚਾ ਸਿੱਖ ਪਰਸਪੈਕਟਿਵ ਤੋਂ ਵੀ ਹੁੰਦੀ ਹੈ ਕਿ ਸਿੱਖਾਂ ਨੂੰ ਕਿਸ ਪਾਸੇ ਖੜਨਾ ਚਾਹੀਦਾ ਜਾਂ ਸਿੱਖਾਂ ਦੀ ਕੀ ਸਥਿਤੀ ਹੈ ਕੌਮਾਂਤਰੀ ਮਾਮਲੇ ਦੇ ਵਿੱਚ, ਕੌਮਾਂਤਰੀ ਪੱਧਰ ਤੇ ਜੋ ਰਾਜਨੀਤੀ ਚੱਲ ਰਹੀ ਹੈ ਉਸ ਮਾਮਲੇ ਦੇ ਵਿੱਚ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।